ਹਫ਼ਤਾਵਾਰੀ ਪ੍ਰੋਗਰਾਮ ਪਰਦੇਸੀ ਸੀਨੀਅਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇਹ ਪ੍ਰੋਗਰਾਮ ਅਸੀਂ ਹਰ ਮੰਡੇ ਸ਼ਾਮ ਨੂੰ 4 ਤੋਂ ਲੈ ਕੇ 5 ਵਜੇ ਜਿਹੜਾ ਕਿ ਟੋਰਾਂਟੋ ਦਾ ਸਮਾਂ ਉਹਦੇ ਮੁਤਾਬਕ ਅਸੀਂ ਪੇਸ਼ ਕਰਦੇ ਹਾਂ ਜੀ। ਲਾਈਵ ਪ੍ਰੋਗਰਾਮ ਹੈ। ਤੁਸੀਂ ਜਿਹੜੇ ਸਾਡੇ ਸਕਰੀਨ ਦੇ ਉੱਤੇ ਫੋਨ ਦਿਸ ਰਿਹਾ, ਤੁਸੀਂ ਇਸ ਫੋਨ ਦੇ ਉੱਤੇ ਕਿਸੇ ਵੀ ਸਮੇਂ ਇਸ ਪ੍ਰੋਗਰਾਮ ਦੇ ਦੌਰਾਨ ਫੋਨ ਕਰ ਸਕਦੇ ਹੋ। ਤੁਸੀਂ ਕਿਸੇ ਵੀ ਵਿਸ਼ੇ ਉੱਤੇ ਜਿਹੜਾ ਕਿ ਸੀਨੀਅਰਸ ਨਾਲ ਸੰਬੰਧਿਤ ਹੋਵੇ ਉਹਦੇ ਉੱਤੇ ਗੱਲ ਕਰ ਸਕਦੇ ਹੋ ਜੀ, ਜਾਂ ਜਿਹੜੇ ਵਿਸ਼ੇ 'ਤੇ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਆਪਣੀ ਕੰਟਰੀਬਿਊਸ਼ਨ ਕਰ ਸਕਦੇ ਹੋ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ, ਲਿਦਰ ਸਾਹਿਬ ਦਾ ਆਪਣਾ ਸਵਾਗਤ ਕਰਦਾ। ਲਿਦਰ ਸਾਹਿਬ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਨਤ ਸਾਹਿਬ। ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰਸ ਜਿਹੜੇ ਸਾਡੇ ਸੀਨੀਅਰ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਆ, ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਬੜੇ ਸਤਿਕਾਰ ਸਾਹਿਤ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਲਿਦਰ ਸਾਹਿਬ ਕੀ ਹਾਲ ਹੈ ਜੀ? ਬਹੁਤ ਵਧੀਆ ਜੀ। ਵੈਦਰ ਬਹੁਤ ਸੋਹਣਾ, ਠੰਡ ਹੋ ਗਈ ਸੀ ਪਰ ਠੀਕ ਹੈ, ਨਾਟ ਟੂ ਬੈਡ। ਥੋੜਾ ਵੀਕਐਂਡ ਤੇ ਮਾੜਾ ਮੀਂਹ ਪੈ ਗਿਆ ਪਰ ਅੱਜ ਫੇਰ ਨਿਕਲੀ ਹੈ। ਠੀਕ ਆ, ਵਧੀਆ ਹੈ। ਚਲੋ ਦੇਖੋ, ਮੌਸਮ ਜਿਹੜਾ ਹੈ ਇਹ ਆਪਣੇ ਹੱਥ ਵਿੱਚ ਨਹੀਂ। ਸਹੀ ਗੱਲ ਹੈ ਜੀ। ਜਿਹੜੀਆਂ ਚੀਜ਼ਾਂ ਆਪਣੇ ਹੱਥ ਵਿੱਚ ਆ ਉਹ ਆਪਣੇ ਕੰਟਰੋਲ 'ਚ ਹੁੰਦੀਆਂ, ਪਰ ਕਈ ਚੀਜ਼ਾਂ ਇਹੋ ਜਿਹੀਆਂ ਆ ਵੀ ਜਿਹੜੀਆਂ ਉਹਦੇ ਨਾਲ ਸਾਨੂੰ ਜੀਣਾ ਪੈਣਾ। ਕਈ ਵਾਰੀ ਇਉਂ ਲੱਗਦਾ ਭੁਲੇਖਾ ਹੁੰਦਾ ਵੀ ਮੇਰੇ ਕੰਟਰੋਲ 'ਚ ਤੇ ਹੁੰਦੀ ਹੈ ਨਹੀਂਗੀ। ਦੇਖੋ ਇਹ ਵੀ ਗੱਲ ਸਹੀ ਹੈ ਤੁਹਾਡੀ, ਇਹ ਵੀ ਗੱਲ ਸਹੀ ਹੈ। ਕੰਟਰੋਲ 'ਚ ਤਾਂ ਫਿਰ ਦੇਖੋ ਪਰਮਾਤਮਾ ਦੇ ਕੰਟਰੋਲ 'ਚ ਹੀ ਆ ਸਾਰਾ ਕੁਝ, ਦੇਖਿਆ ਜਾਵੇ। ਹਾਂ, ਤੇ ਮੈਂ ਜਿਹੜੇ ਸਾਡੇ ਦਰਸ਼ਕ ਨੇ ਜਿੱਥੇ ਅਜੇ ਵੀ ਗਰਮੀ ਆ, ਖਾਸ ਕਰਕੇ ਜਿਹੜੇ ਇੰਡੀਆ ਦੇ ਦਰਸ਼ਕ ਨੇ, ਅੱਜ ਜੀ ਸਾਡੇ ਇੰਡੀਆ ਤੇ ਪੰਜਾਬ ਦੇ ਸਿਆਲਾਂ ਵਰਗਾ ਦਿਨ ਹੈ। ਜਿੰਨੀ ਕੁ ਉੱਥੇ ਠੰਡ ਹੁੰਦੀ ਉਦੋਂ ਸ਼ਾਇਦ ਥੋੜ੍ਹੀ ਜਿਹੀ ਨਿੱਘ ਹੋਵੇ, ਤੇ ਉਹੋ ਜਿਹਾ ਦਿਨ ਹੈ। ਬਹੁਤ ਸੋਹਣਾ ਦਿਨ ਹੈ ਜੀ। ਸਾਨੂੰ ਚੰਗਾ ਲੱਗਦਾ ਕਿਉਂਕਿ ਅਸੀਂ ਹਲੇ ਜਿਹੜੀਆਂ ਅੱਗੇ ਸਾਨੂੰ ਜਿਹੜਾ ਕੁਛ ਆਉਣਾ ਜੀ ਉਹਦੇ ਬਾਰੇ ਜਾਣ ਕੇ, ਇਸ ਕਰਕੇ ਅਸੀਂ ਇਸ ਇੰਨੇ ਮੌਸਮ ਦਾ ਬੜਾ ਸਵਾਦ ਲੈਂਦੇ ਹਾਂ ਜੀ। ਲਿਦਰ ਸਾਹਿਬ, ਪਿਛਲੀ ਵਾਰੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਜੀ, ਕਿਉਂਕਿ ਆਪਣਾ ਕੰਟੀਨਿਊ ਜਿਹੜੇ ਟੌਪਿਕਸ ਆ ਚੱਲਦੇ ਆ, ਪਿਛਲੀ ਵਾਰੀ ਰਹਿ ਗਿਆ, ਆਪਾਂ ਉੱਥੋਂ ਫਿਰ ਸ਼ੁਰੂ ਕਰ ਲਿਆ ਕਿਉਂਕਿ ਆਪਾਂ ਘੰਟੇ ਦਾ ਸਮਾਂ ਹੁੰਦਾ। ਆਪਾਂ ਲਾਲਸਾ ਬਾਰੇ ਗੱਲ ਕਰ ਰਹੇ ਸੀਗੇ ਵੀ ਲਾਲਸਾ ਆਪਾਂ ਲਾਸਟ ਵੀਕ ਹਾਂਜੀ ਕਾਫੀ ਆਪਣੇ ਸੀਨੀਅਰਸ ਮੁਟਿਆਰਾਂ ਨੇ ਵੀ ਕਾਲ ਕੀਤੀ ਆ ਜੀ। ਤੇ ਆਪਣੇ ਸੀਨੀਅਰ ਕਾਫੀ ਜੁੜੇ ਆ ਕਾਲਾਂ ਦੇ ਰਾਹੀਂ। ਪਰ ਆਪਾਂ ਗੱਲ ਕਰ ਰਹੇ ਸੀ ਵੀ ਇਨਸਾਨ, ਆਪਾਂ ਵਿਚਾਰ ਕਰ ਰਹੇ ਲਾਲਸਾ ਤੇ ਖੁਆਇਸ਼ਾਂ ਹਾਂਜੀ ਤੇ ਕਿੱਦਾਂ ਕੰਟਰੋਲ ਕੀਤਾ ਜਾਵੇ, ਜਾਂ ਆਪਣੀ ਜ਼ਿੰਦਗੀ ਜਿਹੜੀ ਸੀਨੀਅਰ ਲਾਈਫ ਆ ਇਹਨੂੰ ਕਿੱਦਾਂ ਬਿਤਾਇਆ ਜਾਵੇ, ਜਿਹੜੀਆਂ ਕਿ ਅਸੀਂ ਪੈਂਡਾ ਤੈਅ ਕਰਿਆ ਆ, ਜੋ ਅਸੀਂ ਆਪਣੇ ਪਰਿਵਾਰ ਵਾਸਤੇ ਹੁਣ ਫਾਰਗ ਹੋ ਜਾਈਏ, ਸਾਰੇ ਫਿਕਰ ਮੁੱਕ ਜਾਣ ਤੇ ਆਪਣੀ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਆਪਣੇ ਮੁਤਾਬਕ ਚਲਾਈਏ ਜਿੱਦਾਂ ਅਸੀਂ ਚਾਹੁੰਦੇ ਆ। ਪਰ ਕਈ ਵਾਰੀ ਹੁੰਦਾ ਨਹੀਂ ਏਦਾਂ, ਪਰ ਕੋਸ਼ਿਸ਼। ਪਿਛਲੀ ਵਾਰੀ ਆਪਾਂ ਨੂੰ ਦੋਨੇ ਪਾਸੇ ਦੀਆਂ ਕਾਲਾਂ ਆਈਆਂ ਸੀ। ਇੱਕ ਤਾਂ ਇੱਕ ਬਈ ਇਉਂ ਵੀ ਸੀਗਾ ਵੀ 60 ਸਾਲ ਦੇ ਨੇੜੇ ਤੇੜੀ ਉਹ ਸਭ ਕੁਝ ਛੱਡ ਦਿੱਤਾ ਹੈ, ਸੈਟਿਸਫਾਈਡ ਨੇ ਜੀ, ਜਿਹੜਾ ਪ੍ਰਮਾਤਮਾ ਵਾਲੀ ਪਾਸੇ ਨੂੰ ਉਸ ਲੜ ਲੱਗੇ ਹੋਏ ਨੇ। ਔਰ ਇੱਕ ਐਸੀ ਕਾਲ ਵੀ ਆਪਾਂ ਨੂੰ ਆਈ ਸੀ ਜੀ, ਚ ਕਿਹਾ ਸੀਗਾ ਕਿ ਛੱਡਣੀ ਬਹੁਤ ਔਖੀ ਹੈਗੀ ਆ। ਬਿਲਕੁਲ, ਮੈਨੂੰ ਤਾਂ ਆਪ ਲੱਗਦਾ ਜੀ ਛੱਡਣੀ ਬਹੁਤ ਔਖੀ ਹੈ। ਇਹ ਜਿਹੜਾ ਬੋਲਿਆ ਕੀ ਪਾਉਣਾ, ਇੱਧਰੋਂ ਪਟਣਾ, ਇੱਧਰ ਲਾਉਣਾ, ਪਟਣਾ ਹੀ ਬਹੁਤ ਔਖਾ ਜੀ, ਲਾਉਣਾ ਤਾਂ ਦੂਜੇ ਪਾਸੇ ਬਹੁਤ ਔਖਾ। ਚਲੋ, ਜਿਹੜਾ ਬੁੱਲੇ ਸ਼ਾਹ ਤੁਸੀਂ ਹੁਣ ਗੱਲ ਕੀਤੀ ਹੈ, ਮੈਂ ਚੰਦ ਕੁ ਲਾਈਨਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਜ਼ਰੂਰ ਜੀ, ਜ਼ਰੂਰ। ਬੁੱਲੇ ਸ਼ਾਹ ਦੀਆਂ ਕਾਫੀਆਂ ਬਹੁਤ ਮਸ਼ਹੂਰ ਆ। ਬਿਲਕੁਲ ਜੀ। ਪਰ ਬੁੱਲੇ ਸ਼ਾਹ ਨੇ ਉਸ ਪ੍ਰੈਜ਼ੈਂਟ ਦੇ ਹਿਸਾਬ ਨਾਲ ਮੱਕੇ ਮਦੀਨੇ ਦੀ ਗੱਲ ਕੀਤੀ ਆ, ਰੱਬ ਦੀਆਂ ਗੱਲਾਂ ਕੀਤੀਆਂ, ਬਹੁਤ ਜ਼ਿਆਦਾ ਯਾਰ ਸ਼ਬਦ ਵੀ ਵਰਤਿਆ, ਉਹ ਪਰਮਾਤਮਾ ਨੂੰ ਵਰਤਿਆ ਜੀ। ਹਾਂ, ਗੁਰਬਾਣੀ 'ਚ ਵੀ ਆਉਂਦਾ ਹੀ ਆ। ਬਿਲਕੁਲ ਜੀ। ਹਾਂ, ਉਹ ਕਹਿੰਦਾ ਕਿ ਮੱਕੇ ਗਿਆ ਗੱਲ ਮੁੱਕਦੀ ਨਹੀਂ। ਅੱਛਾ, ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁਮੇ ਪੜ੍ਹਾਈਏ। ਹਾਂਜੀ, ਜੁਮਾ ਉਹ ਇੱਕ ਉਹਨਾਂ ਦੀ ਇਬਾਦਤ ਆ, ਫਰਾਈਡੇ ਦੀ ਇਬਾਦਤ ਹੈ ਜੀ। ਹਾਂ, ਗੰਗਾ ਗਿਆ ਗੱਲ ਮੁੱਕਦੀ ਨਹੀਂ। ਹਾਂਜੀ, ਇਹ ਤੀਰਥ ਸਥਾਨ ਆਪਾਂ ਨਹਾਉਣ ਨੂੰ ਜਾਂਦੇ ਆ। ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਗੋਤੇ ਖਾਈਏ। ਵਾਹ ਜੀ ਵਾਹ। ਤੇ ਫਿਰ ਬੁੱਲੇ ਸ਼ਾਹ ਗੱਲ ਤਾਂਹੀਓ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਭੁਲਾਈਏ। ਮੈਂ ਨੂੰ ਜਦੋਂ ਆਦਮੀ ਕੱਢ ਦਿੰਦਾ, ਪੜ ਆਲਮ ਫਾਜ਼ਲ ਹੋਇਆ। ਹਾਂਜੀ, ਪੜ ਆਲਮ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਹਾਂਜੀ, ਜਾ ਵੜਨਾ ਇਹ ਮੰਦਰ ਮਸੀਤਾਂ, ਜਾ ਵੜਦਾ ਇਹ ਮੰਦਰ ਮਸੀਤੀ, ਕਦੇ ਮਨ ਆਪਣੇ ਨੂੰ ਪੜ੍ਹਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਦਾ, ਤਾਂ ਜਿਹੜਾ ਘਰ ਬੈਠਾ ਉਹਨੂੰ ਪੜ੍ਹਿਆ ਹੀ ਨਹੀਂ। ਤੇ ਫਿਰ ਕਹਿੰਦਾ ਬੁੱਲਿਆ ਜਾਗ ਬਿਨਾਂ ਦੁੱਧ ਨਹੀਂ ਜੰਮਦਾ। ਸਹੀ ਗੱਲ ਹੈ ਜੀ। ਜਾਗ ਬਿਨਾਂ ਕਹਿੰਦਾ ਦੁੱਧ ਨਹੀਂ ਜੰਮਦਾ, ਭਾਵਾਂ ਕੜ ਹੋਵੇ, ਲਾਲ ਹੋਵੇ ਕੜ ਕੇ। ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੇ। ਦੇਖੋ,
ਇਹ ਹੁਣ ਬਹੁਤ ਵੱਡੀ ਗੱਲ ਕਹਿ ਗਿਆ ਬੁੱਲੇ ਸਹੀ ਸ਼ਾਹ ਗੱਲ ਜੀ, ਹਾਂਜੀ ਬਈ ਇੱਕ ਜਾਗ ਦੇ ਕੁਝ ਤੁਪਕੇ ਹੁੰਦੇ ਆ ਹਾਂਜੀ ਕਿ ਜਿਹੜੇ ਦੁੱਧ ਦੇ ਵਿੱਚ ਤੁਸੀਂ ਲਾ ਦਿੰਦੇ ਆ ਤੇ ਦੁੱਧ ਜੰਮ ਜੰਮ ਜਾਂਦਾ ਜਾਂਦਾ ਜੀ। ਜੰਮ ਕੇ ਫਿਰ ਉਹਦਾ ਦਹੀਂ ਵੀ ਬਣਦਾ ਹੈ, Yeah, ਉਹਦਾ ਮੱਖਣ ਵੀ ਬਣਦਾ ਹੈ। ਸਹੀ ਗੱਲ ਹੈ ਤੇ ਫਿਰ ਉਹ ਮੱਖਣ ਨੂੰ ਜਦੋਂ ਆਪਾਂ ਤਾੜ ਲੈਨੇ ਆ ਨਾ ਇਹ ਘਿਓ ਬਣਦਾ। ਸਹੀ ਗੱਲ ਘਿਓ ਹੀ ਮੈਂ ਕਹਿੰਦਾ ਘੇ ਨਹੀਂ ਕਹਿੰਦਾ ਤੇ ਘਿਓ ਬਣਦਾ ਤੇ ਉਹ ਹਾਂਜੀ। ਘਿਓ ਬਿਲਕੁਲ ਪਿਓਰ ਹੁੰਦਾ। ਜੀ ਹਾਂ ਇਸੇ ਤਰ੍ਹਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿਹੜੀ ਇਹ ਲਾਈਫ ਸੀਨੀਅਰ ਲਾਈਫ ਹੈ ਨਾ ਜੀ ਹਾਂ ਇਹ ਬਿਲਕੁਲ ਘਿਓ ਦੀ ਤਰ੍ਹਾਂ ਹੀ ਹੋ ਜਾਂਦੀ ਆ ਵੀ ਹਾਂਜੀ। ਇਹ ਹੁਣ ਇਹਨੂੰ ਕੱਢ ਕੇ ਤਿਆਰ ਹੋਈ ਜਿਹੜੀ ਆ Yeah. ਲਾਈਫ ਜਿਹੜਾ ਤਜਰਬਾ ਤੁਹਾਡਾ ਤੁਸੀਂ ਸੰਸਾਰ ਦੇ ਵਿੱਚ ਦੀ ਵਿਚਰਦਿਆਂ ਹੋਇਆਂ ਇੱਧਰ ਉੱਧਰ ਦੇ ਕੰਮਾਂ ਦੇ ਵਿੱਚ ਵੀ ਤੁਸੀਂ ਵਿਚਰੇ ਆ, ਸਾਰੇ ਪਰਿਵਾਰ ਦੇ ਸਾਰੇ ਕਾਰਜ ਵੀ ਤੁਸੀਂ ਕੀਤੇ ਹੁੰਦੇ ਆ। ਹਾਂਜੀ। ਤੁਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਮਿਸਟੇਕਾਂ ਵੀ ਕਰਦੇ ਆ Naturally, ਪਰ ਮਿਸਟੇਕਾਂ ਤੋਂ ਹਮੇਸ਼ਾ ਆਦਮੀ ਲਰਨ ਕਰਦਾ। Yeah, ਤੇ ਉਹਦੇ ਬਾਰੇ ਆਪਾਂ ਗੱਲਾਂ ਕਰਦੇ ਸੀ ਕਿ ਇਹ ਲਾਲਸਾ ਜਿਹੜੀ ਆ ਹਾਂਜੀ। ਇਹ ਕਿਵੇਂ ਮੁਕਾਈ ਜਾਵੇ। ਤਾਂ ਆਪਾਂ ਨੂੰ ਕਾਲਾਂ ਆਈਆਂ ਸੀ ਕੁਝ ਕੁ ਨੇ ਤੇ ਪ੍ਰਮਾਤਮਾ ਦੇ ਨਾਂ ਨੂੰ ਆਸਰਾ ਬਣਾ ਕੇ ਆਪਣੀ ਰਹਿੰਦੀ ਲਾਈਫ ਨੂੰ ਬਤਾਉਣ ਲਈ ਕਿਹਾ ਸੀ ਕਿ ਅਸੀਂ ਉਹਦੇ ਵਿੱਚ ਸੈਟੀਸਫਾਈ ਆ ਬਿਲਕੁਲ। ਤੇ ਅਸੀਂ ਰੱਬ ਦਾ ਨਾਂ ਲੈਂਦੇ ਆ। ਹਾਂਜੀ। ਤੇ ਕੁਝ ਕੁ ਬੀਬੀਆਂ ਨੇ ਆਪਾਂ ਨੂੰ ਮੌਂਟਰੀਅਲ ਤੋਂ ਵੀ ਕਾਲ ਆਈ ਸੀ, ਮੇਰਾ ਖਿਆਲ ਮਹਿੰਦਰ ਸੀ ਉਹ ਬੀਬੀ ਦਾ ਨਾਂ। ਹਾਂਜੀ। ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਜਿਹੜੇ ਦੋਤੇ ਦੋਤੀਆਂ ਆ ਜਾਂ ਬੱਚਿਆਂ ਦੇ ਨਾਲ ਮੇਰਾ ਟਾਈਮ ਬਹੁਤ ਸੋਹਣਾ ਲੰਘਦਾ, ਮੈਂ ਉਹਨਾਂ ਨੂੰ ਖਿਲਾ ਕੇ ਬਹੁਤ ਖੁਸ਼ ਹਾਂ। ਜੀ ਹਾਂ ਚਲੋ ਜੇ ਉਹਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਆ ਤੇ ਨਥਿੰਗ ਰੋਂਗ ਵਿਦ ਦੈਟ, ਦੈਟਸ ਪਰਫੈਕਟ, ਦੈਟਸ ਵੈਰੀ ਗੁੱਡ। ਤੇ ਪਰ ਕਈ ਵਾਰੀ ਹੁੰਦਾ ਕਿ ਤੁਸੀਂ ਕੋਈ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਪਰ ਤੁਸੀਂ ਉਸ ਜੰਜਾਲ ਚੋਂ ਨਿਕਲ ਨਹੀਂ ਸਕਦੇ ਤੇ ਨਾ ਤੁਸੀਂ ਕਰ ਨਹੀਂ ਸਕਦੇ। ਜੀ ਹਾਂ ਉਹ ਜਿਹੜੀ ਲਾਈਫ ਹੁੰਦੀ ਹੈ ਨਾ ਉਹ ਬੜੀ ਇਸ ਬੁਢੇਪੇ ਦੇ ਵਿੱਚ ਖਰਾਬ ਹੁੰਦੀ। ਪਰ ਲਿੱਦਰ ਸਾਹਿਬ ਜਿਵੇਂ ਹੁਣ ਆਪਣੀ ਇੱਥੋਂ ਦੀ ਖਾਸ ਕਰਕੇ ਦੇਖੋ ਇਹ ਜਿਹੜਾ ਪ੍ਰੋਗਰਾਮ ਹੈ ਜੀ ਸਾਡਾ ਵਰਲਡ ਵਾਈਡ ਜਿੰਨੇ ਵੀ ਸੀਨੀਅਰਸ ਆ ਉਹਨਾਂ ਵਾਸਤੇ ਹੈ, ਪਰ ਅਸੀਂ ਕਿਉਂਕਿ ਅਸੀਂ ਰਹਿੰਦੇ ਇੱਥੇ ਆ ਸਾਨੂੰ ਇੱਥੋਂ ਦੀ ਡਿਸਕਸ਼ਨ ਕਰਨੀ ਥੋੜੀ ਜਿਹੀ ਸੌਖੀ ਲੱਗਦੀ ਹੈ। ਤੁਸੀਂ ਕਿਤੋਂ ਵੀ ਸਾਡੇ ਨਾਲ ਕੰਟਰੀਬਿਊਟ ਕਰ ਸਕਦੇ ਹੋ। ਅਸੀਂ ਹੁਣ ਜਿਵੇਂ ਇੱਥੋਂ ਦੀ ਜ਼ਿੰਦਗੀ ਜਿਉਂਦੇ ਆ ਲਿੱਦਰ ਸਾਹਿਬ, ਉਹਦੇ 'ਚ ਇਉਂ ਹੁੰਦਾ ਵੀ ਜੇ ਸਾਡੇ ਬੱਚੇ ਸਾਨੂੰ ਡਾਇਰੈਕਟਲੀ ਕਹਿ ਸਕਦੇ ਆ ਜੀ, ਉਹ ਸਾਨੂੰ ਸਿੱਧਾ ਕਹਿੰਦੇ ਜੀ ਤੁਸੀਂ ਮੇਰੇ ਬੱਚੇ ਸਾਂਭੋ ਜਾਂ ਕੁਝ ਕਰੋ, ਅਸੀਂ ਐਂ ਕਰਾਂਗੇ ਕੁਛ ਵੀ ਕਰਦਾ, ਉਹ ਸਾਨੂੰ ਬੜੇ ਸਿੱਧੇ ਸਪਸ਼ਟ ਸ਼ਬਦਾਂ 'ਚ ਕਹਿੰਦੇ ਆ ਤੇ ਅਸੀਂ ਉਹਨਾਂ ਨੂੰ ਉਵੇਂ ਹੀ ਸਪਸ਼ਟ ਸ਼ਬਦਾਂ 'ਚ ਕਿਉਂ ਨਹੀਂ ਕਹਿ ਸਕਦੇ? ਅਸੀਂ ਕਿਉਂ ਇਹ ਨਹੀਂ ਕਹਿ ਸਕਦੇ ਵੀ ਭਾਈ ਸਾਨੂੰ ਵੀ ਬ੍ਰੇਕ ਚਾਹੀਦੀ ਹੈ, ਸਾਨੂੰ ਵੀ 1 ਜਾਂ 2 ਦਿਨ ਛੁੱਟੀ ਚਾਹੀਦੀ ਹੈ? ਅਸੀਂ ਜਿਵੇਂ ਉਹ ਕਹਿੰਦੇ ਅਸੀਂ ਕਹਿੰਦੇ ਬੱਚਿਆਂ ਦੀ ਖੁਸ਼ੀ ਵਾਸਤੇ ਕਰ ਰਹੇ, ਦੈਟਸ ਗੁੱਡ, ਕੋਈ ਮਾੜਾ ਨਹੀਂ, ਬੱਚਿਆਂ ਦੀ ਖੁਸ਼ੀ ਤੁਹਾਨੂੰ ਵਿਆਜ ਪਿਆਰਾ ਮੋੜ ਨਾਲੋਂ ਕਰਨੀ ਵੀ ਚਾਹੀਦੀ। ਹਾਂ, ਪਰ ਜੇ ਮੈਨੂੰ ਇਉਂ ਲੱਗਦਾ ਕਿ ਜੇ ਅਸੀਂ ਸੀਨੀਅਰਸ ਜਿਹੜੇ ਹੈਗੇ ਨੇ ਉਹ ਕੁਝ ਇਸ ਗੱਲ ਤੇ ਆ ਜਾਣ ਵੀ ਤੂੰ ਵੀ ਸਾਨੂੰ ਵੀ ਕੁਝ ਦਮ ਚਾਹੀਦਾ, ਅਜਿਹੀਆਂ ਗੱਲਾਂ ਕਰਨ ਲੱਗ ਜਾਂ ਮੈਂ ਉਹ ਨਹੀਂ ਕਹਿੰਦਾ ਵੀ ਘਰ 'ਚ ਕਲੇਸ਼ ਪਵੇ, ਪਰ ਇਹ ਉਸ ਬਲੰਟਲੀ ਜਿਹੜੇ ਬੱਚੇ ਆ ਉਹ ਇਉਂ ਕਹਿ ਸਕਦੇ ਆ ਤਾਂ ਸੀਨੀਅਰਸ ਕਿਉਂ ਨਹੀਂ ਉਹਨਾਂ ਨਾਲ ਅਜਿਹੀ ਗੱਲ ਕਰ ਸਕਦੇ? ਦੇਖੋ ਨੱਥ ਸਾਹਿਬ ਇਹ ਗੱਲ ਆਉਂਦੀ ਹੈ ਕਮਿਊਨੀਕੇਸ਼ਨ ਦੀ। ਜੀ ਅਸੀਂ ਕਈ ਵਾਰੀ ਸਾਡੇ ਸੀਨੀਅਰ ਵੀਰ ਜਿਹੜੇ ਆ ਭਰਾ ਸਾਡੇ ਜਾਂ ਭੈਣਾਂ ਉਹ ਅਸੀਂ ਕਮਿਊਨੀਕੇਸ਼ਨ ਦੇ ਵਿੱਚ ਵੀਕ ਹੁੰਨੇ ਆ। ਦਰਅਸਲ ਸਾਡੀ ਜਿਹੜੀ ਲਾਈਫ ਹੁੰਦੀ ਹੈ ਅਸੀਂ ਇੰਡੀਆ ਦੇ ਵਿੱਚ ਜਦੋਂ ਆਪਣੇ ਸਾਡੇ ਮਾਪੇ ਸੀ ਅਸੀਂ ਨੋ ਕਹਿਣਾ ਨਹੀਂ ਸਿੱਖਿਆ, ਅਸੀਂ ਜੋ ਕਹਿੰਦੇ ਸੀ ਕਰੀ ਜਾਂਦੇ ਸੀ। ਹੁਣ ਸਾਡੀ ਸਿਚੁਏਸ਼ਨ ਉਹ ਪੇਰੈਂਟਸ ਵਾਲੀ ਨਹੀਂ ਹੈਗੀ ਇੱਥੇ। ਹਾਂਜੀ, ਕਿਉਂਕਿ ਹੁਣ ਅਸੀਂ ਨਿਆਣਿਆਂ ਦੇ ਅੰਡਰ ਆ, ਜੋ ਬੱਚੇ ਕਹਿੰਦੇ ਉਹੋ ਹੀ ਕਰੀ ਜਾਂਦੇ ਆ। ਨਹੀਂ ਵੀ ਦਿਲ ਚਾਹੁੰਦਾ ਹੁੰਦਾ, ਨਹੀਂ ਵੀ ਕਰਨਾ ਚਾਹੁੰਦਾ ਤਾਂ ਵੀ, ਪਰ ਇੱਕ ਵਾਰੀ ਬਹਿ ਕੇ ਨਾ ਕਮਿਊਨੀਕੇਸ਼ਨ ਦੀ ਪ੍ਰੋਬਲਮ ਸਾਨੂੰ ਇਹੀ ਆ ਕਿ ਜਦੋਂ ਅਸੀਂ ਡਿਪੈਂਡੈਂਟ ਹੋ ਜਾਂਦੇ ਨਾ ਬੱਚਿਆਂ ਤੇ ਉੱਥੇ ਪ੍ਰੋਬਲਮ ਖੜੀਆਂ ਹੁੰਦੀਆਂ। ਉੱਥੇ ਫਿਰ ਕੁਝ ਕੁ ਨੋਹਾਂ ਕਹਿ ਲਓ ਜਾਂ ਇਹ ਕਹਿ ਲਓ ਕਿ ਸਾਡਾ ਸਮਾਜ ਦੀਆਂ ਤਰੁੱਟੀਆਂ ਕਹਿ ਲਓ ਜਾਂ ਉੱਥੇ ਆ ਕੇ ਅਸੀਂ ਆਪਣੀ ਖੁਆਇਸ਼ ਜਿਹੜੀ ਆ ਆਪਣੀ ਜੋ ਅਸੀਂ ਚਾਹੁੰਦੇ ਆ ਉਹ ਚਾਹੁੰਦਿਆਂ ਹੋਇਆਂ ਵੀ ਕਹਿ ਨਹੀਂ ਸਕਦੇ ਜਾਂ ਕਰ ਨਹੀਂ ਸਕਦੇ। ਚਾਹੇ ਕੁਛ ਵੀ ਹੈ ਫਿਰ ਵੀ ਜਿਹੜੇ ਸੀਨੀਅਰਸ ਇੱਥੇ ਰਹਿੰਦੇ ਨੇ ਜੀ ਠੀਕ ਆ, ਆਪਾਂ ਕਹਿੰਦੇ ਅਸੀਂ ਫੁੱਲੀ ਡਿਪੈਂਡੈਂਟ ਹੋ ਜਾਂਦੇ ਹਾਂ, ਫਿਰ ਵੀ ਜੋ ਕੁਛ ਸਰਕਾਰ ਦੇ ਇੱਥੋਂ ਦੇ ਸਾਡਾ ਸਿਸਟਮ ਬਣਾਇਆ ਹੋਇਆ ਸੀਨੀਅਰਸ ਨੂੰ ਵੀ ਸਰਕਾਰ ਕੁਛ ਦਿੰਦੀ ਹੈ। ਕਿਉਂ ਤਾਂ ਹੈ ਨਹੀਂਗਾ ਕਿ ਉਹ ਸਾਰਾ ਕੁਛ ਬੱਚਿਆਂ ਤੋਂ ਹੋਈ ਮੰਗ ਰਹੇ ਨੇ, ਹਾਲਾਂਕਿ ਬਹੁਤੇ ਬੱਚਿਆਂ ਦੀ ਮਦਦ ਕਰਦੇ ਜੋ ਕੁਛ ਆਉਂਦਾ ਉਹ ਸਾਡੀ ਇਹ ਸੋਚਣੀ ਇਹ ਹੈ ਵੀ ਜੋ ਕੁਛ ਸਾਡਾ ਹੈਗਾ ਉਹ ਬੱਚਿਆਂ ਦਾ, ਅਸੀਂ ਇਹ ਸੋਚ ਕੇ ਬਿਲਕੁਲ ਠੀਕ ਹੈ ਨਾ। ਉਹ ਨਾਲੇ ਮਦਦ ਵੀ ਕਰਦੇ ਨੇ ਪਰ ਫਿਰ ਵੀ ਜੇ ਉਹ ਇਹ ਗੱਲ ਨਹੀਂ ਕਹਿ ਸਕਦੇ, ਕਮਿਊਨੀਕੇਸ਼ਨ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਜ਼ਰੂਰ ਕੁਛ ਨਾ ਕੁਛ ਕਿਸੇ ਲੈਵਲ ਤੇ ਆ ਕੇ ਜੇ ਸਾਰਾ ਪਰਿਵਾਰ ਨਹੀਂ ਵੀ ਕਰ ਸਕਦਾ ਲੈਟਸ ਸੇ ਦਿਸ ਵੇ
ਜੀ। 2 ਜਾਣੇ 1-on-1 ਗੱਲ ਕਰ ਸਕਦੇ ਆ। ਬਾਪ ਬੇਟਾ ਕਰ ਸਕਦਾ ਹੈ, ਮਾਂ ਬੇਟਾ ਕਰ ਸਕਦਾ ਹੈ, ਧੀ ਬਾਪ ਕਰ ਸਕਦੇ ਆ, ਮਾਂ ਧੀ ਕਰ ਸਕਦੇ ਆ। ਜੇ ਸਾਰਿਆਂ ਨੇ ਨਹੀਂ ਕਰਨਾ, ਵੀ ਲੱਗਦਾ ਵੀ ਇਹ ਵੱਡੀ ਉਹਦੇ 'ਚ ਸ਼ਾਇਦ ਉਹਦੇ ਨਾਲ ਜਿੰਨਾ ਸੀਨੀਅਰਸ ਕਈ ਕਹਿੰਦੇ ਅਸੀਂ ਤੰਗ ਹੈਗੇ ਆ, ਕਈ ਵਾਰੀ ਐਸੀ ਗੱਲ ਹੋ ਜਾਂਦੀ ਹੈ, ਉਹ ਕੰਮ ਹੀ ਕਰੀ ਜਾ ਰਹੇ ਨੇ, ਉਹਨਾਂ ਦੀ ਜੌਬ 24 ਆਵਰਸ ਹੀ ਹੈ, ਕਿਉਂਕਿ ਜਿਹੜੇ ਵਿਆਜ ਹੈ, ਦੋਤੇ ਪੋਤੇ ਆ, ਉਹ ਉਹਨਾਂ ਦੇ ਕੋਲ ਹੀ ਨੇ, ਸਵੇਰ ਸ਼ਾਮ ਰਾਤ ਨੂੰ ਕਈ ਸੁਣਦੇ ਵੀ ਉਹਨਾਂ ਦੇ ਨਾਲ ਨੇ। ਤੇ ਉਹ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਜੇ ਕੁਛ ਜਿਹੜੇ ਸਾਡੇ ਦਰਸ਼ਕ ਨੇ, ਜੇ ਤੁਹਾਨੂੰ ਜੀ ਕਿਸੇ ਇਹੋ ਜਿਹੇ ਕਿਸੇ ਕੇਸ ਦਾ ਪਤਾ ਹੈ, ਜਾਂ ਤਾਂ ਤੁਸੀਂ ਉਸ ਤਰ੍ਹਾਂ ਦੀ ਗੱਲ ਕੋਈ ਦੇਖੀ ਆ ਤੇ ਉਹਨੂੰ ਸੋਲਵ ਕਿਵੇਂ ਕੀਤਾ, ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਮੋਸਟ ਵੈਲਕਮ। ਜਿਹੜਾ ਸਾਡਾ ਸਕਰੀਨ ਦੇ ਉੱਤੇ ਫੋਨ ਨੰਬਰ ਹੈ ਜੀ, ਤੁਸੀਂ ਉੱਤੇ ਕਾਲ ਕਰ ਸਕਦੇ ਹੋ, ਸਾਨੂੰ ਕੰਟਰੀਬਿਊਟ ਕਰ ਸਕਦੇ ਹੋ। ਕਿਸੇ ਕਈ ਵਾਰੀ ਦੋਸਤ ਮਿੱਤਰ ਰਿਸ਼ਤੇਦਾਰਾਂ ਪਰਿਵਾਰਾਂ ਦੇ ਵਿੱਚ ਐਸੀ ਗੱਲ ਹੋਈ ਹੁੰਦੀ ਹੈ, ਤੁਹਾਨੂੰ ਪਤਾ ਲੱਗੇ ਵੀ ਉਹਨਾਂ ਨੂੰ ਕਿਵੇਂ ਸੋਲਵ ਕੀਤੀ ਸੀ, ਪਲੀਜ਼ ਅਸੀਂ ਤੁਹਾਡੀ ਕੰਟਰੀਬਿਊਸ਼ਨ ਚਾਹੁੰਦੇ ਹਾਂ। ਤੁਸੀਂ ਕਿਵੇਂ ਦੇਖਦੇ ਇਸ ਗੱਲ? ਸਭ ਇੱਥੇ ਗੱਲ ਇਹ ਆ, ਮੈਂ ਆਪਣੀ ਗੱਲ ਕਰਦਾ, ਸਾਡੀ ਮਦਰ ਸੀ, ਹਾਂਜੀ, ਉਹ ਕਹਿੰਦੀ ਕਾਕਾ ਤੁਹਾਨੂੰ ਅਸੀਂ ਦਿੱਤਾ ਪਾਲ, ਹਾਂਜੀ, ਹੁਣ ਤੁਹਾਡੇ ਜਿਹੜੇ ਸਾਡੇ ਪੋਤੇ ਪੋਤੀਆਂ ਆ, ਇਹ ਤੁਹਾਡੀ ਡਿਊਟੀ ਬਣਦੀ ਹੈ, ਤੁਸੀਂ ਹੁਣ ਇਹਨਾਂ ਨੂੰ ਪਾਲੋ। ਪਰ ਉਹ ਗਟਸ ਹੋਣੇ ਚਾਹੀਦੇ ਆ, ਹਾਂਜੀ, ਵੀ ਦੇਖੋ ਅਸੀਂ ਤੁਹਾਡੀ ਹੈਲਪ ਕਰਾਂਗੇ, ਬਿਲਕੁਲ ਕਰਨੀ ਚਾਹੀਦੀ ਹੈ। ਅਸੀਂ ਇਸ ਗੱਲ 'ਚ ਨਹੀਂ ਕਹਿੰਦੇ ਵੀ ਹੈਲਪ ਨਾ ਕਰੋ, ਹਾਂਜੀ ਬਿਲਕੁਲ ਕਰੋ, ਪਰ ਆਪਣਾ ਤੁਸੀਂ ਆਪਣਾ ਵਜੂਦ ਵੀ ਦੇਖੋ, ਆਪਣੀ ਲਾਈਫ ਵੀ ਦੇਖੋ, ਆਪਣੀ ਲਾਈਫ ਜਿਹੜੀ ਤੁਹਾਡੀ ਰਹਿੰਦੀ ਆ। ਅਸੀਂ ਚਾਹੁੰਦੇ ਆ ਸਾਰੇ ਸੀਨੀਅਰ ਕਿ ਸਾਡੀ ਵੀ ਕੁਛ ਲਾਈਫ ਹੋਣੀ ਚਾਹੀਦੀ ਆ, ਸਾਡੀਆਂ ਵੀ ਕੋਈ ਡਿਜ਼ਾਇਰ ਹੁੰਦੀਆਂ, ਸਾਡੀਆਂ ਵੀ ਕੁਛ ਹੁੰਦੀਆਂ ਬਈ ਅਸੀਂ ਇੰਜੋਏ ਕਰੀਏ ਕੁਝ ਆਪਣੀ ਰਹਿੰਦੀ ਲਾਈਫ। ਤੇ ਜੀਂਦਿਆਂ ਹੋਇਆਂ ਉੱਦਾਂ ਤੇ ਆਪਾਂ ਕਹਿੰਦੇ ਹੀ ਆ ਬਈ ਹਿਊਮਨ ਬੀਇੰਗ ਨੈਵਰ ਐਜ਼ ਸੈਟਿਸਫਾਈ ਅੰਟਿਲ ਹੀ ਡਾਈ। ਦੈਟਸ ਰਾਈਟ। ਪਰ ਖੁਆਇਸ਼ਾਂ ਦਾ ਇੱਕ ਪਲੰਦਾ ਜਿਹੜਾ ਐਸਾ ਆ ਇਨਸਾਨ ਦਾ, ਉਹ ਮੁੱਕਦਾ ਨਹੀਂ। ਜੇ ਆਪਾਂ ਇਹੋ ਹੀ ਪਿਛਲੀ ਵਾਰੀ 1-2 ਕਾਲਰਾਂ ਨੇ ਇਹ ਗੱਲ ਕਹੀ ਸੀ, ਹਾਂਜੀ, ਕਿ ਦੇਖੋ ਹੁਣ ਫਿਕਰ ਵਾਲੀ ਗੱਲ ਕੀਤੀ ਸੀ ਉਹਨਾਂ ਨੇ, ਹਾਂਜੀ, ਵੀ ਫਿਕਰ ਮੁੱਕਦੇ ਨਹੀਂ। ਕਾਲ ਲੈ ਲੈਂਦੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ। ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਜਿਹੜਾ ਟਾਕ ਸ਼ੋ ਚੱਲਦਾ ਉਹਦੇ ਬਾਰੇ ਗੱਲ ਕਰਨੀ। ਜ਼ਰੂਰ ਜੀ, ਹਾਂ ਕਰੋ, ਦੱਸੋ ਜੀ। ਥੈਂਕ ਯੂ। ਤੁਸੀਂ ਨਾ ਇੱਕ ਮੇਰੀ ਰਿਕੁਐਸਟ ਹੈ, ਤੁਸੀਂ ਟੀਵੀ ਤੇ ਆਵਾਜ਼ ਨਾ ਸੁਣੋ, ਕਿਉਂਕਿ ਟੀਵੀ ਦਾ ਤੇ ਫੋਨ ਦਾ ਫਰਕ ਹੈ ਜੀ, 15 ਮਿੰਟ ਸੈਕਿੰਡ ਦੀ ਡਿਲੇ ਹੈ। ਤੁਸੀਂ ਸਾਡਾ ਫੋਨ ਤੇ ਗੱਲ ਕਰੋ ਪਲੀਜ਼। ਓਕੇ, ਥੈਂਕ ਯੂ। ਹਾਂਜੀ, ਹੈਲੋ, ਹਾਂਜੀ ਸੁਣ ਰਹੇ ਹਾਂ ਜੀ, ਅਸੀਂ ਦੱਸੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਵੈਨਕੂਵਰ ਤੋਂ ਬੋਲਦੇ ਹਾਂ। ਹਾਂਜੀ। ਤੇ ਗੱਲ ਇਹ ਹੈ ਜਿਹੜੀ ਤੁਸੀਂ ਬੱਚਿਆਂ ਦੀ ਕਰਦੇ ਹੋ, ਗ੍ਰੈਂਡ ਚਾਈਲਡ। ਹਾਂਜੀ, ਆਪਣੇ ਜਿਹੜੇ ਗ੍ਰੈਂਡ ਚਾਈਲਡ ਆਪਾਂ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਆ, ਨੈਚੁਰਲੀ ਹੈ ਜੀ। ਤੇ ਬਾਕੀ ਗੱਲ ਇਹ ਆ, ਜਦੋਂ ਬੱਚਿਆਂ ਨੂੰ ਇੱਕ ਦਿਨ ਵੀ ਕੋਈ ਜਵਾਬ ਦੇ ਦੇਵੇ ਵੀ ਸ਼ਿਫਟ ਤੋਂ ਆਇਆ ਜਾਂ ਕੋਈ ਥੱਕਿਆ, ਬੱਚਿਆਂ ਨੂੰ ਵੀ ਉਹਨਾਂ ਦੇ ਪੇਰੈਂਟਸ ਬੱਚਿਆਂ ਨੂੰ ਵੀ ਹਟਾ ਲੈਂਦੇ ਆ ਤੇ ਆਪ ਵੀ ਰੁੱਸ ਕੇ ਬੈਠ ਜਾਂਦੇ ਆ ਵੀ ਸਾਨੂੰ ਜਵਾਬ ਕਿਉਂ ਦਿੱਤਾ। ਬਹੁਤ ਵਧੀਆ ਗੱਲ ਕੀਤੀ ਹੈ। ਹਾਂਜੀ, ਬਾਕੀ ਗੱਲ ਇਹ ਆ ਵੀ ਅਸੀਂ ਵੀ ਉਹਨਾਂ ਨੂੰ ਪਾਲਿਆ ਸੀ, ਚਲੋ ਅਸੀਂ ਉਹਨਾਂ ਨੂੰ ਇੰਡੀਆ ਦੇ ਕਲਚਰ 'ਚ ਉੱਥੇ ਪਾਲਿਆ। ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ, ਸਾਰਿਆਂ ਦੀ ਸ਼ਿਫਟਾਂ ਚੱਲਦੀਆਂ ਨੇ, ਸਾਰਿਆਂ ਨੂੰ ਜੇ ਇੱਕ ਦਿਨ ਵੀ ਜਵਾਬ ਦਿੰਦੇ ਗ੍ਰੈਂਡ ਚਾਈਲਡ ਨੂੰ, ਜਿਹੜੇ ਉਹਨਾਂ ਦੇ ਗ੍ਰੈਂਡ ਫਾਦਰ ਆ, ਗ੍ਰੈਂਡ ਮਦਰ ਆ, ਉਹ ਦੇਖਣ ਵੱਲੋਂ ਵੀ ਤਰਸਦੇ ਆ, ਬੱਚਿਆਂ ਨੂੰ ਹਟਾ ਲੈਂਦੇ ਆ, ਇੱਥੇ ਤੱਕ ਪ੍ਰੋਬਲਮਾਂ ਜਾਂਦੀਆਂ ਨੇ। ਠੀਕ ਹੈ ਜੀ। ਇਹ ਫਿਰ ਤੁਸੀਂ ਇਹਦਾ ਕੀ ਕੋਈ ਤੁਹਾਡੇ ਮਨ 'ਚ ਕੋਈ ਆਇਆ ਵਿਚਾਰ ਵੀ ਇਹ ਕਿਵੇਂ ਸੋਲਵ ਕੀਤੀ ਜਾ ਸਕਦੀ ਹੈ? ਵਿਚਾਰ ਏਦਾਂ ਚਾਹੀਦਾ ਵੀ ਜੇ ਕਿਸੇ ਦਿਨ ਗ੍ਰੈਂਡ ਮਾਂ ਨੇ ਜਾਂ ਗ੍ਰੈਂਡ ਫਾਦਰ ਨੇ ਕਿਸੇ ਨੇ ਵੀ ਕਹਿਤਾ ਵੀ ਅੱਜ ਤੁਸੀਂ ਥੋੜੀ ਦੇਰ ਜਾਂ ਅੱਜ ਆਪਦੀ ਸ਼ਿਫਟ ਚੇਂਜ ਕਰ ਲਿਓ, ਪਰ ਬੱਚਿਆਂ ਨੂੰ ਵੀ ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ ਨਾ। ਇਹ ਤਾਂ ਨਹੀਂ ਹੈਗਾ ਵੀ ਗ੍ਰੈਂਡ ਫਾਦਰ ਤੇ ਗ੍ਰੈਂਡ ਮਾਂ ਹੀ ਕਰਨ, ਵੀ ਉਹ ਸ਼ਿਫਟਾਂ ਵੀ ਛੱਡਣ ਤੇ ਬੱਚਿਆਂ ਨੂੰ ਵੀ ਸਾਂਭਣ ਤੇ ਮੁੜ ਕੇ ਰੁੱਸ ਜਾਣਾ ਬੱਚਿਆਂ ਨੇ, ਬੱਚਿਆਂ ਨੂੰ ਵੀ ਨਹੀਂ ਆਉਣ ਦੇਣਾ ਹੈਗਾ, ਉਹ ਤਰਸਦੇ ਰਹਿੰਦੇ ਦੇਖਣ ਵੱਲੋਂ ਵੀ। ਠੀਕ ਹੈ ਜੀ, ਰਾਈਟ। ਹਾਂਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਥੈਂਕ ਯੂ ਸੋ ਨਾਈਸ ਆਫ ਯੂ, ਤੁਸੀਂ ਕਾਲ ਕੀਤਾ ਜੀ, ਬਹੁਤ ਬੜਾ ਚੰਗਾ ਲੱਗਾ। ਥੈਂਕ ਯੂ ਜੀ। ਦੇਖੋ, ਇਹਨਾਂ ਨੇ ਭੈਣ ਜੀਆਂ ਨੇ ਜਿਹੜਾ ਕਾਲ ਕੀਤਾ ਵੈਨਕੂਵਰ ਤੋਂ, ਪਹਿਲਾਂ ਤਾਂ ਬਹੁਤ ਅਸੀਂ ਵੈਲਕਮ ਕਰਦੇ ਆ, ਥੈਂਕ ਯੂ ਤੁਹਾਡਾ ਕਾਲ ਕਰਨ ਦਾ। ਇਹਨਾਂ ਨੇ 2 ਪੁਆਇੰਟ ਬੜੇ ਵੈਲਿਡ ਕੀਤੇ ਆ। ਹਾਂਜੀ, ਦੇਖੋ ਉਹਨਾਂ ਦਾ ਮਤਲਬ ਇਹ ਆ ਵੀ ਅਸੀਂ ਹੈਲਪ ਕਰਨ ਨੂੰ ਤਿਆਰ ਆ ਗ੍ਰੈਂਡ ਪੇਰੈਂਟਸ। ਹਾਂਜੀ, ਪਰ ਕਈ ਵਾਰੀ ਅਸੀਂ ਜੇ ਹੁਣ ਆਪਣਾ ਟਾਈਮ ਵੀ ਕੁਛ ਸਾਡਾ ਵੀ ਹੋਣਾ ਚਾਹੀਦਾ, ਇਹ ਸਾਡੇ 'ਚ ਵੀ ਹਿੰਮਤ ਹੋਣੀ ਚਾਹੀਦੀ ਹੈ। ਲੈ ਵੀ ਜੇ ਹੁਣ ਉਹਨੇ ਕਿਹਾ ਵੀ ਆਪਣੇ ਮੁੰਡੇ ਨੂੰ ਕਿਹਾ ਵੀ ਜਾਂ ਨੌਂ ਨੂੰ ਕਿਹਾ ਤੁਸੀਂ ਸ਼ਿਫਟ ਚੇਂਜ ਕਰ ਲਓ ਵੀ ਸਾਡਾ ਇੱਕ ਆਹ ਪ੍ਰੋਗਰਾਮ ਆ, ਤੇ ਉਹ ਗੁੱਸਾ ਕਰ ਲੈਂਦੇ ਆ, ਇਹ ਗੱਲ ਨਹੀਂ ਹੋਣੀ ਚਾਹੀਦੀ। ਤੁਸੀਂ ਮੈਂ ਉਹ ਨਹੀਂ ਚਾਹੁੰਦਾ ਵੀ ਕਲੇਸ਼ ਵਾਲੀ ਗੱਲ ਆ, ਜੇ ਗੁੱਸੇ ਹੁੰਦੇ ਆ ਬੱਚੇ, ਪੇਰੈਂਟਸ ਨਾਲ ਗੁੱਸੇ ਹੋ ਜਾਂਦੇ ਆ ਦੋਤਿਆਂ ਪੋਤਿਆਂ ਪਿੱਛੇ,
ਕਿੰਨੀ ਦੇਰ ਗੁੱਸੇ ਹੋ ਸਕਦੇ ਲੈਟਸ ਦਿਸ ਉਹਨਾਂ ਨੂੰ ਫੇਰ ਵੀ ਆਪਣੇ ਦਾਦੇ ਨਾਨਿਆਂ ਤੱਕ ਜ਼ਰੂਰਤ ਉਹਨਾਂ ਨੂੰ ਹੈਗੀ ਹੈ। ਇਹ ਨਹੀਂ ਉਹ ਇੱਕ ਦਿਨ ਗੁੱਸੇ ਹੋ ਜਾਣਗੇ, 2 ਦਿਨ ਗੁੱਸੇ ਹੋ ਜਾਣਗੇ, 10 ਦਿਨ ਗੁੱਸੇ ਹੋ ਜਾਣਗੇ। ਜ਼ਰੂਰਤ ਉਹਨਾਂ ਨੂੰ ਵੀ ਮਾਪਿਆਂ ਦੀ ਓਨੀ ਹੈ ਜਿੰਨੀਆਂ ਮਾਪਿਆਂ ਨੂੰ ਉਹਨਾਂ ਦੀ ਲੋੜ ਹੈ। ਬਿਲਕੁਲ ਇਦਾਂ ਤਾਂ ਤੁਸੀਂ ਆਪਣੇ ਪਰਿਵਾਰ 'ਚ ਆਪਣੀ ਘਰ ਵਾਲੀ ਨਾਲ ਵੀ ਕਈ ਵਾਰੀ ਗੁੱਸੇ ਹੋ ਜਾਂਦੇ ਜਾਂ ਉਹ ਵੀ ਧਿਰ ਗੁੱਸੇ ਹੋ ਜਾਂਦੀ ਆ, ਪਰ ਕਿੰਨਾ ਕੁ ਚਿਰ, ਇੱਕ ਅੱਧਾ ਦਿਨ ਹੀ ਲੰਘਦਾ ਨਾ। ਜਦੋਂ ਅਸੀਂ ਇਸ ਡਰੋਂ ਅਸੀਂ ਕਹੀ ਜਾਂਦੇ ਆ ਵੀ ਉਹ ਗੁੱਸੇ ਹੋ ਜਾਣਗੇ, ਇਹ ਠੀਕ ਹੈ। ਜਦੋਂ ਨੈਚੁਰਲੀ ਹੈ ਪੇਰੈਂਟਸ ਬੱਚਿਆਂ ਕੋਲੇ ਰਹਿੰਦੇ ਨੇ ਤਾਂ ਉਹਨਾਂ ਦੇ ਪ੍ਰਭਾਵ ਠਹਿਰੇ ਹੈਗੇ ਨੇ, ਪਰ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਉਣੀ ਹੈ ਤੇ ਉਹ ਕੁਝ ਐਸ ਸਮੇਂ ਤੇ ਆ ਕੇ ਇਉਂ ਨਹੀਂ ਚਾਹੁੰਦੇ ਕਿ ਮੈਨੂੰ ਮਾੜਾ ਮੋਟਾ ਕੋਈ ਦਮ ਮਿਲੇ। ਇਟ ਮੀਨਸ ਜਿਹੜੇ ਗ੍ਰੈਂਡ ਪੇਰੈਂਟਸ ਹੈ ਉਹ ਜੰਮੇ ਪਹਿਲਾਂ ਤਾਂ ਉਹ ਆਪਦੇ ਪੇਰੈਂਟਸ ਦੀਆਂ ਗੱਲਾਂ ਸੁਣੀ ਗਏ, ਉੱਥੋਂ ਝਟਕਾਂ ਖਾਈ ਗਏ, ਉਹਨਾਂ ਦੇ ਅੰਡਰ ਚੱਲੀ ਗਏ, ਇੱਥੇ ਆ ਕੇ ਮਾਪਿਆਂ ਦੇ ਹੇਠਾਂ ਬੱਚਿਆਂ ਦੇ ਹੇਠਾਂ ਆ ਗਏ। ਸੋ ਉਹ ਸਾਰੀ ਉਮਰ ਦਬਦੇ ਜਾਣ। ਕੋਈ ਇਹਦਾ ਕੋਈ ਇਲਾਜ? ਉਹੀ ਤਾਂ ਕਮਿਊਨੀਕੇਸ਼ਨ ਕਿਉਂ ਨਹੀਂ ਗੱਲ ਕੀਤੀ ਜਾਂਦੀ? ਹੁੰਦੇ ਗੁੱਸੇ ਉਹੀ ਅਸੀਂ ਕਹਿੰਦੇ ਆ ਕਿ ਆਪਣੀ ਲਾਈਫ ਤਾਂ ਕਈ ਵਾਰੀ ਅਸੀਂ ਜੀਂਦੇ ਹੀ ਨਹੀਂ, ਹਾਂਜੀ, ਦੂਜਿਆਂ ਲਈ ਹੀ ਜੀਨੇ ਆ। ਬਿਲਕੁਲ। ਮੈਂ ਤੁਹਾਡੇ ਨਾਲ ਇੱਕ ਸਾਂਝ ਪਾਉਣੀ ਚਾਹੁੰਦਾ, ਇੱਕ ਇਨਫੋਰਮੇਸ਼ਨ ਦੀ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਕਈ ਸੀਨੀਅਰਸ ਦੇ ਨਾ ਕਾਲਾਂ ਆ ਜਾਂਦੀਆਂ ਜੀ। ਉਹ ਕਈ ਸੀਨੀਅਰਸ ਇੱਥੇ ਆਪਾਂ ਨੂੰ ਕਾਲ ਕਰਨ ਤੋਂ ਥੋੜਾ ਜਿਹਾ ਜੱਕਦੇ ਨੇ। ਬਿਲਕੁਲ, ਹਾਂਜੀ, ਆਪਣੇ ਫੈਮਲੀਆਂ ਪ੍ਰੋਬਲਮ, ਮੈਨੂੰ ਵੀ ਕਾਲਸ ਆਈਆਂ ਨੇ, ਮੈਂ ਉਹਨਾਂ ਬਾਰੇ ਵੀ ਗੱਲ ਕਰਾਂਗਾ ਜੀ ਅੱਜ। ਤੇ ਉਹ ਕਹਿ ਰਹੇ ਸੀ ਕਿ ਸਾਡੇ ਬੱਚੇ ਜਾਂ ਮੁੰਡਾ ਕਹਿ ਲਓ, ਉਹ ਕਹਿ ਲਓ ਵੀ ਉਹ ਸਾਨੂੰ ਕਹਿੰਦੇ ਆ ਵੀ ਜਿਹੜਾ ਘਰ ਆ ਨਾ ਇਹ ਸਾਡੇ ਨਾਲ ਲਵਾ ਦਿਓ ਤੇ ਅਸੀਂ ਇੱਥੇ ਮੌਰਗੇਜ ਲੈ ਕੇ ਤਾਂ ਕੋਈ ਬਿਜ਼ਨਸ ਖੋਲੀਏ, ਕਿਉਂਕਿ ਘਰ ਆਮ ਤੌਰ ਤੇ ਸਿਆਣੇ ਜਿਹੜੇ ਹੋਏ ਹੁੰਦੇ ਉਹਨਾਂ ਨੇ ਪੇਡ ਕੀਤੇ ਹੁੰਦੇ ਜੀ ਆ, ਉਹਨਾਂ ਵੀ ਚਾਹੀਦਾ ਆ। ਹਾਂ ਠੀਕ 65 ਸਾਲ ਤੱਕ ਆਪਾਂ ਇਹੋ ਕਿਹਾ ਸੀ ਵੀ ਆਫਲੋਡ ਆਦਮੀ ਨੂੰ ਹੋ ਜਾਣਾ ਚਾਹੀਦਾ 65 ਸਾਲ ਤੱਕ। ਅੱਛਾ, ਜੇ ਹੁਣ ਉਹ ਪੇਰੈਂਟਸ ਜਿਹੜੇ ਆ ਉਹ ਚਾਹੁੰਦੇ ਨੇ, ਹਾਂਜੀ, ਚਾਹੁੰਦੇ ਇਸ ਕਰਕੇ ਨਹੀਂ ਵੀ ਇਹਨਾਂ ਨੇ ਪੈਸੇ ਕਿਤੇ ਖਰਾਬ ਨਾ ਹੋ ਜਾਣ ਤਾਂ ਫਿਰ ਮੌਰਗੇਜ ਸਾਡੇ ਗਲ ਨਾ ਪੈ ਜਾਵੇ। ਅਸੀਂ ਚਲੋ ਇਨਕਮ ਤਾਂ ਉਹਨਾਂ ਦੀ ਹੁੰਦੀ ਆ, ਪੇਰੈਂਟਸ ਨੂੰ ਇਹਨਾਂ ਨੂੰ ਪੈਨਸ਼ਨਾਂ ਮਿਲਦੀਆਂ ਸੀਨੀਅਰਸ ਨੂੰ, ਵੀ ਫੇਰ ਮੁੰਡੇ ਜਾਂ ਕੁੜੀਆਂ ਸਾਨੂੰ ਨੋਹਾ ਇਹ ਨਾ ਕਹਿਣ ਵੀ ਹੁਣ ਮੌਰਗੇਜ ਵੀ ਤੁਸੀਂ ਦਿਓ। ਸੋ ਉਸ ਹਾਲਤ ਦੇ ਵਿੱਚ ਦੇਖੋ ਇਸ ਤਰ੍ਹਾਂ ਫਿਰ ਮੈਂ ਦੇਖਦਾ ਕਿ ਕਈ ਵਾਰੀ ਸਾਡੇ ਯੰਗਸਟਰ ਜਿਹੜੇ ਸਾਡੇ ਬੱਚੇ ਆ ਬੜੇ ਸੂਝਵਾਨ ਨੇ, ਪਰ ਕਈ ਹੈਗੇ ਆ ਕਿ ਜਿਹੜੇ ਮਿਸਯੂਜ਼ ਵੀ ਪੇਰੈਂਟਸ ਨੂੰ, ਸੀਨੀਅਰਸ ਨੂੰ, ਸਾਡਿਆਂ ਨੂੰ ਕਰਦੇ ਆ। ਦੇਖੋ ਜੀ ਇਉਂ ਹੋ ਜਾਂਦਾ ਲਿਦਰ ਸਾਹਿਬ, ਹੁਣ ਇੱਕ ਇਨਸਾਨ ਹੈ, ਉਹਨੇ ਆਪਣੀ ਚਾਹੇ ਕੁਛ ਵੀ ਹੈ, ਕਈਆਂ ਦਾ ਬਹੁਤ ਪ੍ਰੋਪਰਟੀਜ਼ ਬਣ ਜਾਂਦੀਆਂ ਨੇ, ਬੜੀ ਕੁਛ ਬਣਾ ਜਾਂਦੇ ਨੇ, ਬਟ ਮੋਸਟਲੀ ਐਵਰੇਜ ਇੱਥੇ ਇਹੀ ਹੈ ਕਿ ਬੰਦਾ ਆਪਦੀ ਉਮਰ ਦੇ ਵਿੱਚ ਘਰ ਕਲੀਅਰ ਕਰਦਾ। ਬਿਲਕੁਲ। ਸੇ ਉਹ ਅਖੀਰਲੀ ਸਟੇਜ ਤੇ ਆਇਆ ਹੋਇਆ ਹੈ ਤੇ ਉਦੋਂ ਆ ਕੇ ਦੁਬਾਰੇ ਉਹ ਤੇ ਫਿਰ ਮੌਰਗੇਜ ਲੈ ਲੈਣੀ, ਉਹ ਕੰਮ ਫੇਰ ਉਹੀ ਜਿਹੜਾ 25 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਹੋ ਗਿਆ। ਐਗਜ਼ੈਕਟਲੀ। ਸੇ ਜੇ ਬੱਚੇ ਕਹਿੰਦੇ ਆ ਵੀ ਸਾਡੀ ਮਦਦ ਕਰੋ, ਬੱਚੇ ਜੇ ਨਾਲ ਰਹਿ ਰਹੇ ਨੇ ਤਾਂ ਪਹਿਲੀ ਗੱਲ ਤਾਂ ਉਹਨਾਂ ਦਾ ਉਨਾ ਖਰਚਾ ਨਹੀਂ ਹੈ ਕਿਸੇ ਜਗ੍ਹਾ ਦੀ ਜਿਹੜੀ ਉਹਨਾਂ ਨੇ, ਬਿਲਕੁਲ, ਐਂਡ ਜਿਹੜੀ ਉਹ ਪ੍ਰਾਪਰਟੀ ਬਣੀ ਹੋਈ ਹੈ ਅਖੀਰ ਬੱਚਿਆਂ ਦੀ ਹੈ, ਬਿਲਕੁਲ ਉਹਨਾਂ ਦੀ ਹੈ, ਠੀਕ ਹੈ ਨਾ। ਹਾਂ, ਉਹ ਜੇ ਕਹਿੰਦੇ ਆ ਵੀ ਮੈਂ ਬਾਅਦ ਚ ਵੀ ਸਾਨੂੰ ਦੇਣੀ, ਸਾਨੂੰ ਹੁਣੇ ਦੇ ਦਿਓ, ਪਰ ਤੁਹਾਡੀ ਕੀ ਗਰੰਟੀ ਹੈ ਕਿ ਤੁਸੀਂ ਇਹਨੂੰ ਖਰਾਬ ਨਹੀਂ ਕਰੋਗੇ? ਬਿਜ਼ਨਸ ਦੀ ਕੀ ਗਰੰਟੀ ਹੈ ਕਿ ਉਹ ਜ਼ਰੂਰ ਚੱਲੇਗਾ? ਬਹੁਤ ਵੱਡੀ ਪਰਸੈਂਟ ਹੈ ਬਿਜ਼ਨਸਿਸ ਦੀ, ਜੇ ਆਪਾਂ ਦੇਖੀਏ ਇਟਸ ਪ੍ਰੂਵਨ ਫੈਕਟਰ ਕਿ ਹਮੇਸ਼ਾ ਜ਼ਰੂਰੀ ਹੈ ਕਿ ਜਿਹੜਾ ਬਿਜ਼ਨਸ ਤੁਸੀਂ ਸ਼ੁਰੂ ਕੀਤਾ ਤੁਸੀਂ ਉਹ 'ਚ ਕਾਮਯਾਬ ਹੋਵੋਗੇ। ਜ਼ਰੂਰੀ ਨਹੀਂ, ਪਰ ਦੇਖੋ ਇਹ ਫਿਰ ਉਹੀ ਗੱਲ ਆ ਗਈ ਆਪਣੀ ਕਮਿਊਨੀਕੇਸ਼ਨ ਦੀ। ਹਾਂਜੀ, ਜਦੋਂ ਪਰਿਵਾਰਾਂ ਦੇ ਵਿੱਚ ਜਿਹੜੇ ਯੰਗਸਟਰ ਨੇ ਉਹ ਆਪਣੇ ਮਾਪਿਆਂ ਨੂੰ ਜਾਂ ਆਪਣੇ ਪੇਰੈਂਟਸ ਨੂੰ ਮਿਸਯੂਜ਼ ਕਰਨ ਲੱਗ ਪੈਣ, ਉਹਨਾਂ ਦਾ ਫਾਇਦਾ ਉਠਾਉਣ ਲੱਗ ਪੈਣ, ਉਹ ਗੱਲ ਮਾੜੀ ਆ। ਵੈਸੇ ਦੇਖੋ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੁੰਦਾ ਮੇਰੇ ਬੱਚੇ ਚੰਗੀ ਲਾਈਫ ਨਾ। ਬਿਲਕੁਲ ਸਹੀ ਗੱਲ ਹੈ ਜੀ। ਆਪਣੇ ਕੋਈ ਦਰਸ਼ਕਾਂ ਨੂੰ ਕੋਈ ਐਸਾ ਕੇਸ ਹੋਇਆ ਹੋਵੇ, ਕਿਸੇ ਆਂਢ ਗੁਆਂਢ ਦਾ ਪਤਾ ਹੋਵੇ, ਦੋਸਤ ਮਿੱਤਰ ਰਿਸ਼ਤੇਦਾਰੀ 'ਚ ਕਿਤੇ ਪਤਾ ਹੋਵੇ ਜੀ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਉਹਨਾਂ ਨੇ ਸੋਲਵ ਕਿਵੇਂ ਕੀਤਾ? ਜੇ ਤੁਸੀਂ ਸਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਹੋ ਜੀ, ਪਲੀਜ਼, ਜ਼ਰੂਰੀ ਨਹੀਂ ਹੈ ਤੁਸੀਂ ਆਪਣਾ ਨਾਮ ਦੱਸਣਾ, ਅਸੀਂ ਤੁਹਾਨੂੰ ਨਾਮ ਪੁੱਛਦੇ ਵੀ ਨਹੀਂ, ਦੱਸਣਾ ਚਾਹੁੰਦੇ ਹੋ, ਮੋਸਟ ਵੈਲਕਮ। ਤੇ ਅਸੀਂ ਸਿਰਫ ਇਹੀ ਪੁੱਛਦੇ ਕਿੱਥੋਂ ਕਾਲ ਕਰ ਰਹੇ ਹਾਂ, ਦੈਟਸ ਆਲ। ਜੇ ਤੁਸੀਂ ਸਾਡੇ ਨਾਲ ਅਜਿਹੀ ਗੱਲ ਡਿਸਕਸ ਕਰਨੀ ਚਾਹੁੰਦੇ ਹੋ ਜੀ, ਯੂ ਆਰ ਮੋਸਟ ਵੈਲਕਮ, ਪਲੀਜ਼ ਕਾਲ ਅਸ। ਦੂਸਰੀ ਗੱਲ ਇਹ ਆ ਨੱਥ ਸਾਹਿਬ, ਬਹੁਤੀ ਵਾਰੀ ਆਪਾਂ ਲੋਭ ਤੇ ਮੋਹ, ਹਾਂਜੀ, ਇਹ ਦੋ ਇਨਸਾਨ ਦੇ ਦੁਸ਼ਮਣ ਵੀ ਨੇ ਤੇ ਦੋਸਤ ਵੀ ਨੇ।
ਜੀ ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕਿੰਨੀ ਕੁ ਮੋਹ ਦੀ ਲਿਮਟ ਕਿੰਨੀ ਕੁ ਹੋਵੇ ਤੇ ਲੋਭ ਦੀ ਲਿਮਟ ਕਿੰਨੀ ਕੁ ਹੋਵੇ। ਉੱਦਾਂ ਤੇ ਵੈਸੇ ਦੇਖਿਆ ਜਾਵੇ ਤਾਂ ਸਿਮਿਲਰ ਨੇ ਦੋਨੋਂ, ਪਰ ਹੁਣ ਮੋਹ ਦੀਆਂ ਤੰਦਾਂ ਜਿਹੜੀਆਂ ਆ, ਇਹ ਮੋਹ ਦੇ ਨਾਲ ਪਿਆਰ ਜੁੜ ਜਾਂਦਾ। ਪਿਆਰ ਤਾਂ ਮੋਹ ਸੇਮ ਥਿੰਗ ਆ, ਪਰ ਚੀਜ਼ਾਂ ਦੇ ਨਾਲ ਮੋਹ ਆ ਤੇ ਪਿਆਰ ਇਨਸਾਨਾਂ ਦੇ ਨਾਲ ਹੁੰਦਾ। ਮਾਂ ਪੁੱਤ ਨੂੰ ਵੀ ਪਿਆਰ ਹੁੰਦਾ, ਹਸਬੈਂਡ ਵਾਈਫ ਨੂੰ ਵੀ ਪਿਆਰ ਹੁੰਦਾ, ਭਰਾ ਤੇ ਭੈਣ ਨੂੰ ਵੀ ਪਿਆਰ ਹੁੰਦਾ, ਬਾਪ ਨੂੰ ਤੇ ਉਹਦੇ ਸਾਰੇ ਬੱਚਿਆਂ ਦੇ ਨਾਲ ਵੀ ਪਿਆਰ ਹੁੰਦਾ। ਦੇਖੋ, ਉਹ ਪਿਆਰ ਦੀ ਲਿਮਿਟ ਇਦਾਂ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਉਹਨਾਂ ਬਿਨਾਂ ਜੀ ਨਾ ਸਕੋ। ਇਸ ਵਾਰੀ ਕਈ ਵਾਰੀ ਹੋ ਜਾਂਦਾ ਕਿ ਸਾਡੀਆਂ ਮੋਹ ਦੀਆਂ ਤੰਦਾਂ ਇੰਨੀਆਂ ਜ਼ਿਆਦਾ ਡੀਪਲੀ ਜੁੜ ਜਾਂਦੀਆਂ ਕਿ ਕੋਈ ਪਰਿਵਾਰ ਦੇ ਵਿੱਚ ਨੁਕਸਾਨ ਹੋ ਜਾਏ ਤਾਂ ਤੁਸੀਂ ਆਪਣੇ ਆਪ ਨੂੰ ਵੀ ਉਸ ਹਾਲਤ ਦੇ ਵਿੱਚ ਇੰਨੀਆਂ ਮੋਹ ਦੇ ਵਿੱਚ ਤੁਸੀਂ ਖੁੱਭੇ ਹੁੰਦੇ ਆ ਤੇ ਤੁਸੀਂ ਉਹ ਆਪਣਾ ਵੀ ਨੁਕਸਾਨ ਕਰ ਬਈ। ਦੇਖੋ, ਜਿਹੜਾ ਹੈਗਾ ਲੋਭ ਇਨਸਾਨ ਦੇ ਨਾਲ ਜ਼ਿੰਦਗੀ ਭਰ ਰਹਿੰਦਾ ਪਿਆ ਜੇ ਦੇਖਿਆ ਜਾਵੇ, ਪਰ ਉਹਦੀ ਵੀ ਲਿਮਟ ਹੋਣੀ ਚਾਹੀਦੀ ਆ। ਬਈ ਕਿਸੇ ਲਿਮਟ ਤੇ ਪਹੁੰਚ ਕੇ ਤੁਸੀਂ ਲੋਭ ਕਰਨਾ ਛੱਡ ਦਈਏ। ਆਪਾਂ ਇਹੋ ਕਹਿੰਦੇ ਸੀ, ਤਾਂ ਇੱਕ ਦੋ ਕਾਲਾਂ ਆਈਆਂ ਸੀ ਵੀ ਲਾਲਸਾ ਜਾਂ ਇਹ ਮੁੱਕਦੀਆਂ ਨੇ, ਵੀ ਹਮੇਸ਼ਾ ਇਨਸਾਨ, ਆਪਾਂ ਵੀ ਗੱਲ ਕੀਤੀ ਸੀ ਵੀ ਨਾਲ ਦਾ ਕਿੱਲਾ ਲੈ ਲਈਏ ਜਾਂ ਨਾਲ ਦਾ ਘਰ ਲੈ ਲਈਏ। ਇਹ ਤਾਂ ਫਿਰ ਉਹੀ ਆ ਗਈ ਨਾ, ਲੋਭ ਹੀ ਹੋ ਗਿਆ ਇੱਕ ਕਿਸਮ ਦਾ, ਲੋਭ ਹੀ ਹੋ ਗਿਆ ਨਾ। ਤੇ ਇਹ ਕਈ ਵਾਰੀ ਅਸੀਂ ਉਸ ਲੋਭ ਦੇ ਤਾਂ ਮੋਹ ਦੇ ਵਿੱਚ ਐਸੇ ਜਕੜੇ ਜਾਂਦੇ ਆ। ਆਪਾਂ ਅਰਦਾਸਾਂ 'ਚ ਵੀ ਕਹਿੰਦੇ ਆ, ਲੋਭ ਮੋਹ ਹੰਕਾਰ ਤੋਂ ਬਚਾਈ, ਪਰ ਇਹ ਤੁਹਾਡੇ ਨਾਲ ਹੀ ਆ। ਪਰ ਇਹਨਾਂ ਦੇ ਵਸ ਨਾ ਆਈਏ, ਇਹਨਾਂ ਤੇ ਕੰਟਰੋਲ ਕਰਨਾ ਸਿੱਖੀਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜਿਹੜਾ ਸਾਡੀ ਸੀਨੀਅਰ ਲਾਈਫ ਆ, ਉਸ ਨੂੰ ਕੁਝ ਥੋੜ੍ਹਾ ਬੜਾ ਸੌਖਾ ਬਣਾਈਏ। ਜਿਵੇਂ ਕਿ ਅਸੀਂ ਅੱਗੇ ਵੀ ਦੱਸਿਆ, ਨੱਥ ਸਾਹਿਬ ਨੇ ਵੀ, ਮੈਂ ਵੀ ਐਕਸਪਲੇਨ ਕੀਤਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸੀਨੀਅਰ ਜਿਹੜੇ ਬੁੱਧੀਵਾਨ ਜੀਵ ਨੇ, ਬੜੇ ਪੜ੍ਹੇ ਲਿਖੇ, ਬੜੇ ਕਾਲਸ ਆਉਂਦੀਆਂ ਨੇ, ਕਿੰਨੀਆਂ ਵਧੀਆ ਕਾਲਸ। ਹਾਂਜੀ, ਵਧੀਆ ਕਈ ਤਾਂ ਬਹੁਤ ਜਾਣਕਾਰ ਨੇ, ਸਾਡੇ ਨਾਲੋਂ ਬਹੁਤ ਜ਼ਿਆਦਾ ਜਾਣਦੇ ਨੇ। ਪਰ ਅਸੀਂ ਇਸੇ ਕਰਕੇ ਇਹ ਇਸ਼ੂ ਰੱਖਿਆ ਆ, ਇਹ ਡਿਸਕਸ਼ਨ ਰੱਖੀ ਆ ਬਈ ਆਮ ਤੌਰ ਤੇ ਸਾਰੇ ਸੀਨੀਅਰ ਆਪੋ ਆਪਣੀ ਡਿਜ਼ਾਇਰ ਸਾਨੂੰ ਦੱਸ ਸਕਣ ਤੇ ਜਿਹੜੀਆਂ ਉਹਨਾਂ ਦੀਆਂ ਸਿਚੁਏਸ਼ਨਾਂ ਆ ਉਹਨਾਂ ਨੂੰ ਕਿਸ ਤਰ੍ਹਾਂ ਉਹ ਹੈਂਡਲ ਕਰਨ। ਕਈ ਵਾਰੀ ਇੱਦਾਂ ਆਪਾਂ ਸਾਂਝ ਪਾ ਕੇ ਗੱਲਾਂ ਬਾਤਾਂ ਦੇ ਵਿੱਚ ਤੇ ਬਹੁਤ ਕੁਝ ਸਿੱਖ ਲੈਂਦੇ ਇੱਕ ਦੂਜੇ ਤੋਂ। ਤੁਸੀਂ ਲੋਭ ਦੀ ਗੱਲ ਕੀਤੀ ਜੀ, ਇਹ ਜਾਣਾ ਬੜਾ ਔਖਾ। ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦੇਣ ਲੱਗਿਆ। ਠੀਕ ਆ। ਸਾਡੇ ਸੀਨੀਅਰਸ ਡੈਂਟਿਸਟ ਤੇ ਜਾਂਦੇ ਨੇ ਜੀ। ਜਿਹੜਾ ਸਾਡੇ ਇੱਥੇ ਡੈਂਟਿਸਟ ਦਾ ਸਿਸਟਮ ਹੈ ਜੀ, ਡੈਂਟਿਸਟਰੀ ਹੈ ਜਿਹੜੀ, ਇਸ ਅ ਬਿਜ਼ਨਸ। ਜੇ ਡਾਕਟਰ ਜਾਣਾ ਤਾਂ ਸਾਡਾ ਖਰਚਾ ਕੋਈ ਨਹੀਂ ਹੈ, ਇਟ ਕਵਰਡ ਬਾਏ ਦ ਗਵਰਨਮੈਂਟ ਮੋਸਟਲੀ। ਜਿਹੜੀ ਡੈਂਟਿਸਟਰੀ ਹੈ ਮੋਸਟਲੀ ਇਟਸ ਨਾਟ ਕਵਰਡ ਬਾਏ ਦ ਗਵਰਨਮੈਂਟ। ਇਹਦੇ 'ਚ ਜੀ ਤੁਹਾਨੂੰ ਕੋਈ ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਕਰਵਾਈ ਹੋਈ ਹੈ, ਤੁਹਾਡੇ ਕੰਮ ਤੋਂ ਇੰਸ਼ੋਰੈਂਸ ਹੈ, ਉਹ ਹੈਲਪ ਕਰਦੀ ਹੈ। ਕਈਆਂ ਦੀ 100% ਹੈਲਪ ਕਰਦੀ ਹੈ, ਕਈਆਂ ਦੀ 75% ਕਰਦੀ ਹੈ, ਕਈਆਂ ਦੀ ਕੁਝ ਪਰਸੈਂਟੇਜ ਕਰਦੀ ਹੈ। ਸੋ ਤੁਹਾਨੂੰ ਉਹ ਜਿਹੜੀ ਹੈ ਫਰਕ ਹੈ ਉਹ ਆਪਦੇ ਕੋਲੋਂ ਦੇਣਾ ਪੈਂਦਾ। ਇਹ ਡਿਪੈਂਡਸ, ਕਈ ਡੈਂਟਿਸਟ ਤੁਹਾਨੂੰ ਉਹ ਐਡਜਸਟ ਕਰਦੇ ਆ, ਕਈ ਨਹੀਂ ਕਰਦੇ। ਅਸੀਂ ਡੈਂਟਿਸਟ ਤੇ ਜਾ ਆਉਂਦੇ ਜੀ, ਅਸੀਂ ਆਪਦਾ ਕੰਮ ਕਰਵਾ ਲਿਆ, ਠੀਕ ਆ। ਤੇ ਅਸੀਂ ਪਹਿਲਾਂ ਇਹ ਗੱਲ ਕੀਤੀ ਨਹੀਂ ਹੈ ਵੀ ਕਾਸਟ ਕੀ ਕਰੂਗਾ, ਮੈਨੂੰ ਕੀ ਕਾਸਟ ਕਰੂਗਾ। ਇੰਸ਼ੋਰੈਂਸ ਹੈਗੀ ਦੇਤੀ ਜੀ, ਉਹਨੇ ਹੋ ਗਿਆ ਗੱਲ, ਠੀਕ ਆ। ਉਹ ਇਹ ਸਮਝਣ ਦੀ ਲੋੜ ਹੈ। ਬਿਲਕੁਲ। ਜਦੋਂ ਡੈਂਟਿਸਟ ਕਹਿੰਦਾ ਜੀ ਇੰਨਾ ਹੋ ਗਿਆ, ਕੋਈ ਵੀ ਅਮਾਊਂਟ ਹੋਊਗੀ, ਮੰਨ ਲਓ $100 ਹੋ ਗਿਆ ਫਰਕ, ਫਿਰ ਤੁਸੀਂ ਉਹ 'ਤੇ ਬਹਿਸ ਕਰਨ ਲੱਗ ਜਾਂਦੇ ਵੀ ਮੈਂ ਤੈਨੂੰ ਕੱਟ ਦੇਵਾਂ। ਇਹ ਕੇਸਿਸ ਹੋਏ, ਮੈਂ ਤਾਂ ਗੱਲ ਕਰ ਰਿਹਾ ਇਹ ਕੇਸਿਸ ਹੋਏ ਨੇ। ਇਹ ਸਾਨੂੰ ਕਿਉਂ ਨਹੀਂ ਇਹ ਗੱਲ ਪਹਿਲਾਂ ਕਰਨੀ ਚਾਹੀਦੀ ਤੇ ਬਾਅਦ ਵਿੱਚ ਅਸੀਂ ਕਿਉਂ ਕਰਦੇ ਹਾਂ? ਜਾਂ ਸਾਨੂੰ ਪਤਾ ਨਹੀਂ ਹੁੰਦਾ, ਜਾਂ ਕਿਸੇ ਨਾਲ ਇਹੋ ਜਿਹਾ ਕੇਸ ਹੋਇਆ ਹੋਵੇ, ਕਿਸੇ ਨੂੰ ਪਤਾ ਹੋਵੇ, ਜਾਂ ਤੁਹਾਡੇ ਨਾਲ ਹੀ ਇਹੋ ਜਿਹਾ ਕੇਸ ਹੋਇਆ ਹੋਵੇ, ਤੇ ਕਿਵੇਂ ਸੋਲਵ ਕੀਤਾ? ਪਲੀਜ਼ ਸਾਨੂੰ ਤੁਸੀਂ ਆਪਦੀ ਕੰਟਰੀਬਿਊਸ਼ਨ ਦੱਸੋ, ਕਰੋ, ਸਾਡੇ ਨਾਲ ਗੱਲਬਾਤ ਕਰੋ। ਨੱਥ ਸਾਹਿਬ, ਗੱਲ ਇੱਦਾਂ ਆ ਕਿ ਸਾਡੀ ਇਹ ਫਿਤਰਤ ਆ ਕਿ ਅਸੀਂ ਨੈਗੋਸ਼ੀਏਟ ਜ਼ਰੂਰ ਕਰਦੇ ਹਾਂ, ਕੋਈ ਵੀ ਹੋਵੇ। ਹਾਂਜੀ, ਨੈਗੋਸ਼ੀਏਟ ਕਰਨ ਦੀ ਗੱਲ ਤੁਸੀਂ ਜਿਹੜੀ ਕੀਤੀ ਆ ਉਹ ਪਹਿਲਾਂ ਹੋਣੀ ਚਾਹੀਦੀ ਆ। ਓਕੇ, ਅਸੀਂ ਕਈ ਵਾਰੀ ਕੰਮ ਵੀ ਕਰਵਾ ਲੈਂਦੇ ਆ ਬਿਨਾਂ ਗੱਲਬਾਤ, ਤੁੱਕੇ ਤੋਂ ਬਿਨਾਂ। ਜੀ ਆ, ਘਰ ਦੇ ਵਿੱਚ ਕੋਈ ਕੰਮ ਕਰਵਾ ਲਿਆ, ਮਗਰੋਂ ਜਦੋਂ ਪੈਸੇ ਅਗਲੇ ਨੇ ਮੰਗਣੇ ਆ, ਤੁਸੀਂ ਪਹਿਲਾਂ ਉਹਨਾਂ ਗੱਲ ਟੁੱਕੀ ਨਹੀਂ,
ਤਾਂ ਫਿਰ ਤੁਸੀਂ ਉੱਥੇ ਝਗੜਾ ਖੜਾ ਹੋ ਜਾਂਦਾ। ਜੀ ਹਾਂ, ਤੁਸੀਂ ਕਹਿੰਦੇ ਆ ਵੀ ਨਹੀਂ ਇਹ ਜ਼ਿਆਦੇ ਆ, ਇੰਨੇ ਹੋਣੇ ਚਾਹੀਦੇ ਆ। ਫਲਾਣੇ ਤੋਂ ਤੁਸੀਂ ਇੰਨੇ ਲਏ ਸੀ। ਕਾਲ ਆ ਗਈ ਜੀ, ਆਪਾਂ ਕਾਲ ਲੈ ਲਈਏ ਪਹਿਲਾਂ। ਲੈ ਲਓ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਮੋਨਕੇ ਬੋਲ ਰਹੀ ਸੀ ਜੀ। ਮੈਂ ਤੁਹਾਡੇ ਟਾਕ ਸ਼ੋਅ 'ਚ ਗੱਲ ਕਰਨੀ ਚਾਹੁੰਦੀ ਸੀ। ਬਿਲਕੁਲ ਜੀ, ਤੁਸੀਂ ਸ਼ੁਰੂ ਕਰੋ ਜੀ, ਅਸੀਂ ਸੁਣ ਰਹੇ ਹਾਂ ਜੀ। ਤੁਹਾਡੀ ਸਾਰੇ ਦਰਸ਼ਕ ਤੁਹਾਡੀ ਗੱਲ ਸੁਣ ਰਹੇ ਜੀ, ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਤਾਂ ਤੁਸੀਂ ਬਹੁਤ ਪਿਆਰੇ ਲੱਗਦੇ ਹੋ ਦੋਨੋਂ ਜਣੇ ਮੈਨੂੰ। ਥੈਂਕ ਯੂ ਜੀ, ਵੱਧ ਤੋਂ ਵੱਧ। ਥੈਂਕ ਯੂ ਜੀ, ਸੋ ਨਾਈਸ ਸਰ ਜੀ, ਦੋਨਾਂ ਨੂੰ ਜੀ। ਥੈਂਕ ਯੂ ਜੀ। ਅੱਛਾ ਜੀ, ਤੁਸੀਂ ਮੋਹ ਦੀ ਗੱਲ ਕਰ ਰਹੇ ਸੀ ਨਾ? ਹਾਂਜੀ ਬੰਦਾ ਮੋਹ ਦੀਆਂ। ਹਾਂਜੀ। ਲੇਕਿਨ ਇਨਸਾਨ ਦੇ ਵਿੱਚ ਕਈ ਵਾਰੀ ਮੋਹ ਕਿਸੇ ਚੀਜ਼ ਤੇ ਕਿਸੇ ਇਨਸਾਨ ਨਾਲ ਇੰਨਾ ਹੋ ਜਾਂਦਾ ਕਿ ਉਹ ਜਦੋਂ ਤੁਹਾਡੇ ਕੋਲੋਂ ਖੁੰਝਦੀ ਆ ਤਾਂ ਤੁਸੀਂ ਸਹਿ ਨਹੀਂ ਸਕਦੀ, ਕਮਜ਼ੋਰ ਹੋ ਜਾਂਦੀ ਤੁਹਾਡੀ। ਠੀਕ ਹੈ ਜੀ। ਪਰ ਸਾਰਿਆਂ ਬੰਦਿਆਂ ਲਈ ਨਹੀਂ ਹੁੰਦਾ, ਕਿਸੇ ਲਈ। ਹਾਂਜੀ। ਮੈਂ ਤਾਂ ਆਪਣੀ ਹੱਡ ਵਿੱਚ ਹੀ ਕਹਿ ਰਹੀ ਹਾਂ ਕਿ ਮੇਰੀ ਕਿਸੇ ਚੀਜ਼ ਨਾਲ, ਕਿਸੇ ਇਨਸਾਨ ਨਾਲ ਇੰਨਾ ਮੋਹ ਸੀ ਕਿ ਉਹ ਮੇਰੇ ਤੋਂ ਸਹਿ ਨਹੀਂ ਜਾਂਦਾ, ਜਿੱਦਾਂ ਉਹ ਵਿਛੜੇ ਮੇਰੇ ਤੋਂ। ਜੀ ਹਾਂ। ਤੇ ਬਾਕੀ ਜਿਹੜੀ ਬੱਚਿਆਂ ਦੀ ਗੱਲ ਕਰਦੇ ਸੀ, ਪੇਰੈਂਟਸ, ਗ੍ਰੈਂਡ ਪੇਰੈਂਟਸ, ਸਾਰੇ ਪ੍ਰੋਬਲਮ ਨਹੀਂ ਹੁੰਦੀ। ਹਾਂਜੀ। ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ। ਠੀਕ ਹੈ ਜੀ। ਲੇਕਿਨ ਆਪਾਂ ਕਹਿੰਦੇ ਆ, ਲੇਕਿਨ ਇੰਨੀ ਪ੍ਰੋਬਲਮ ਨਹੀਂ ਬੱਚਿਆਂ ਦੀ ਹੁੰਦੀ। ਹਾਂਜੀ। ਜਿਨ੍ਹਾਂ ਦੇ ਹੈ ਬਹੁਤ ਹੀ ਜ਼ਿਆਦਾ ਵੀ ਹੈ। ਜੀ ਹਾਂ। ਕਈ ਪੇਰੈਂਟਸ ਨੂੰ ਤਾਂ ਇੰਨਾ ਤੰਗ ਕਰਦੇ ਆ ਕਿ ਮਾਰਨ ਤੱਕ ਵੀ ਚਲੇ ਜਾਂਦੇ ਆ। ਹਾਂਜੀ ਜੀ। ਸਾਨੂੰ ਇਹ ਚੀਜ਼ ਚਾਹੀਦੀ ਆ, ਜੇ ਤੁਸੀਂ ਨਹੀਂ ਦੇਣੀ ਤਾਂ ਤੁਹਾਨੂੰ ਖਤਮ ਕਰ ਦਾਂਗੇ, ਇਹ ਵੀ ਜਾਂਦੇ ਆ। ਇਹ ਹਾਂਜੀ, ਇੱਥੇ ਤੱਕ ਕਈ ਵਾਰੀ ਗੱਲਾਂ ਚਲੀਆਂ ਜਾਂਦੀਆਂ ਨੇ, ਚਾਹੇ ਮਨੋਂ ਨਾ ਵੀ ਕਹਿੰਦੇ ਹੁਣ, ਕਈ ਵਾਰੀ ਗੁੱਸੇ ਜਾ ਕੇ ਬੰਦਾ ਕਹਿ ਦਿੰਦਾ ਵੀ ਮੈਂ ਐਂ ਕਰ ਦੂੰਗਾ। ਨਹੀਂ ਜੀ, ਮੈਂ ਤਾਂ ਦੇਖਿਆ ਆ ਇਹ ਦੁਨੀਆ 'ਚ, ਆਪਣੀ ਲਾਈਫ ਵਿੱਚ ਨਾ। ਹਾਂਜੀ। ਇਹ ਹਾਦਸਾ ਤਾਂ ਹੋਇਆ ਆ ਕਿ ਜੇ ਪੇਰੈਂਟਸ ਨੇ ਨਹੀਂ ਜ਼ਮੀਨ ਵੇਚੀ ਤਾਂ ਉਹਨੂੰ ਖਤਮ ਹੀ ਕਰ ਦਿੱਤਾ, ਪਤਾ ਵੀ ਨਹੀਂ ਲੱਗਣ ਦਿੱਤਾ। ਜੀ ਹਾਂ। ਇੱਥੇ ਤੱਕ ਵੀ ਲੋਕ ਪਹੁੰਚ ਜਾਂਦੇ ਆ। ਸਾਰੇ ਨਹੀਂ ਹੁੰਦੇ, ਬੜੇ ਅੱਛੇ ਇਨਸਾਨ ਵੀ ਹੁੰਦੇ। ਇਹੋ ਜਿਹੇ ਥੋੜੇ ਕੇਸ ਹੋਣਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਹੁਤੇ ਲੋਕ ਚੰਗੇ ਆ, ਹਨਾ? ਬਹੁਤ ਵਟਾਵੇਂ ਹੁੰਦੇ ਆ। ਲੇਕਿਨ ਚਲੋ, ਇਹ ਤਾਂ ਸੰਸਾਰ ਇਸੇ ਤਰ੍ਹਾਂ ਚੱਲਦਾ ਜੀ। ਜੀ ਹਾਂ, ਠੀਕ ਹੈ ਤਰ੍ਹਾਂ ਦੀ ਦੁਨੀਆ ਹੈ ਨਾ। ਹਾਂਜੀ। ਓਕੇ ਜੀ, ਥੈਂਕ ਯੂ ਜੀ, ਸੋ ਨਾਈਸ ਸਰ ਜੀ, ਥੈਂਕਸ ਫॉर ਕਾਲਿੰਗ ਜੀ। ਸਤਿ ਸ਼੍ਰੀ ਅਕਾਲ। ਦੇਖੋ ਮਹਿੰਦਰ ਨੇ ਨਾ 2-3 ਗੱਲਾਂ ਬੜੀਆਂ। ਕਾਲ ਆ ਰਹੀ ਹੈ ਜੀ, ਪਹਿਲਾਂ ਕਾਰ ਲੈ ਲਓ ਫਿਰ ਇਹ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬਿੰਦਰ ਬੋਲਦਾ ਜੀ, ਆਪਣੇ ਅਮਰੀਕਾ ਤੋਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਜੀ? ਜੀ ਚੜ੍ਹਦੀ ਕਲਾ। ਤੁਹਾਡੇ ਦਰਸ਼ਨ ਕਰਕੇ ਬਹੁਤ ਬਾਗ ਹੈ ਤੇ ਬੜਾ ਸੋਹਣਾ ਟਾਪਿਕ ਚੱਲ ਰਿਹਾ ਹੈ। ਥੈਂਕ ਯੂ ਜੀ। ਜੀ ਹਾਂਜੀ, ਜਿਹੜਾ ਲੋਭ, ਮੋਹ, ਹੰਕਾਰ, ਇਹ ਜਿਹੜੇ ਪੰਜ ਨੇ ਨਾ, ਹਾਂਜੀ, ਇਹ ਪੰਜਾਂ ਤੋਂ ਛੁਟਕਾਰਾ ਪਾਉਣਾ ਤਾਂ ਬੜਾ ਔਖਾ ਹੈ। ਗੁਰਬਾਣੀ ਦੇ ਹਿਸਾਬ ਨਾਲ ਵੀ ਬਾਣੀ ਵੀ ਸਾਨੂੰ ਕਹਿੰਦੀ ਵੀ ਇਹਨਾਂ ਪੰਜਾਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ। ਹਾਂਜੀ। ਪਰ ਦੋ ਚੀਜ਼ਾਂ ਜਿਹੜੀਆਂ ਨਾ, ਲੋਭ ਤੇ ਮੋਹ, ਹਾਂਜੀ, ਇਹ ਜਿਹੜੀਆਂ ਚੀਜ਼ਾਂ ਨੇ, ਇੱਕ ਅਲੱਗ ਚੀਜ਼ ਹੈ। ਦੇਖੋ, ਲੋਭ ਨੇ, ਜੇ ਮੈਂ ਤੁਹਾਨੂੰ ਥੋੜਾ ਜਿਹਾ 2 ਮਿੰਟ ਵਾਸਤੇ ਇੰਡੀਆ ਲੈ ਚੱਲਾਂ। ਹਾਂਜੀ। ਇਸ ਲੋਭ ਨੇ ਸਾਡੇ ਇੰਡੀਆ ਦਾ ਇੰਨਾ ਕੁ ਸੱਤਿਆਨਾਸ਼ ਕਰ ਦਿੱਤਾ ਹੈ। ਹਾਂਜੀ। ਥੱਲੇ ਤੋਂ ਲੈ ਕੇ ਉੱਪਰ ਤੱਕ ਲੋਭ ਦੀ ਗੱਲ ਹੈ ਕਿ ਕਿਸੇ ਵੀ ਪਾਰਟੀ, 3 ਭੈਣਾਂ ਨੇ ਇਹ ਪਾਰਟੀਆਂ ਜਿਹੜੀਆਂ, ਵੱਡੀ, ਛੋਟੀ ਤੇ ਉਦੋਂ ਛੋਟੀ ਤਾਂ ਹੁਣੇ ਹੀ ਆਈ ਹੈ। ਦੂਜੀ 2 ਪਾਰਟੀਆਂ 70 ਸਾਲ ਤੋਂ ਚੱਲ ਰਹੀਆਂ ਨੇ। ਇਹ ਭੈਣਾਂ ਨੇ 3। ਜੀ ਹਾਂ। ਇਹ 3 ਭੈਣਾਂ ਨਹੀਂ ਪੰਜਾਬ ਦੇ ਵਿੱਚ ਆ ਕੇ ਕਿਸੇ ਦਾ ਵੀ, ਜਿਹੜਾ ਕੋਈ ਵੀ ਇਹਨਾਂ ਨੇ ਕੋਈ ਉਪਕਾਰ ਨਹੀਂ ਕੀਤਾ। ਇਹਨਾਂ 3 ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ ਹੈ। ਇਹ ਲੋਭ ਦੇ ਵਿੱਚ ਆ ਕੇ ਹੋਇਆ ਹੈ। ਜਿਹੜੀ ਛੋਟੀ ਭੈਣ ਹੈ, ਜਦੋਂ ਇਹ ਆਈ ਸੀ, ਇਹਦੀਆਂ ਗੱਲਾਂ ਹੋਰ ਸੀ। ਤੇ ਜਦੋਂ ਸਾਡੇ ਬਾਹਰਲੇ ਲੋਕਾਂ ਨੇ ਇਹ ਸੋਚਿਆ ਕਿ ਪੰਜਾਬ ਦਾ ਭਲਾ ਹੋ ਜਾਊਗਾ, ਇਹ ਆ ਗਏ ਨੇ ਤੇ ਇਹਨਾਂ ਦਾ ਰੱਜ ਕੇ ਸਾਥ ਦਿੱਤਾ, ਰੱਜ ਕੇ ਪੈਸਾ ਭੇਜਿਆ, ਰੱਜ ਕੇ ਇੱਥੋਂ ਕੈਨੇਡਾ ਤੋਂ, ਅਮਰੀਕਾ ਤੋਂ ਲੋਕ ਗਏ ਤੇ ਆਪੋ ਆਪਣੇ ਇਲਾਕਿਆਂ 'ਚ ਪ੍ਰਚਾਰ ਕੀਤਾ। ਪਰ ਉਸ ਲੋਭ, ਜਿਹੜਾ ਤੁਹਾਡਾ ਲੋਭ ਤੁਸੀਂ ਕਹਿ ਰਹੇ ਹੋ, ਲੋਭ ਨੇ ਉਹ ਕੁਰਸੀ ਨੂੰ ਜੱਫਾ ਪਾ ਲਿਆ। ਜਿਹੜੇ ਚੰਗੇ ਆਦਮੀ ਸੀ, ਉਹਨਾਂ ਨੂੰ ਮੱਖਣ ਦੇ ਵਿੱਚੋਂ ਵਾਲ ਕੱਢਣ, ਉਹਨੂੰ ਬਾਹਰ ਸੁੱਟ ਦਿੱਤਾ। ਤੇ ਸਾਡੇ ਪੰਜਾਬ ਦਾ ਭਲਾ ਹੁੰਦਿਆਂ ਉਸ ਗੁੱਡੀ ਅਸਮਾਨ 'ਚ ਚੜੀ ਹੋਈ ਉਹਦੀ ਤੰਦ ਵਿਚਾਰਿਓਂ ਕੱਢ ਦਿੱਤੀ। ਤੇ ਫਿਰ ਉੱਥੇ ਦੀ ਉੱਥੇ ਅਸੀਂ ਦੇਖ ਪਏ ਤੇ ਜਿਹੜਾ ਸਾਡਾ ਪੈਸਾ ਭੇਜਿਆ ਹੋਇਆ, ਟਾਈਮ ਖਰਾਬ ਕੀਤਾ ਹੋਇਆ, ਕਿਸੇ ਅਰਥੀ ਨਾ ਆਇਆ। ਲੋਭ ਬੀਬੀ ਜਿਹੜੀ ਤੁਸੀਂ ਕੀਤੀ, ਡਾਕਟਰ ਦੀ ਗੱਲ 100 ਰੁਪਏ ਵਾਲੀ, ਉਹ ਸਾਡੇ ਖੂਨ ਦੇ ਵਿੱਚ ਇੱਕ ਬਾਰਗਨ ਹੈ। ਅਸੀਂ ਉਹ ਬਾਰਗਨ ਚਾਹੇ ਜਾਣ ਤੋਂ ਪਹਿਲਾਂ ਕਰ ਲਈਏ ਤੇ ਚਾਹੇ ਬਾਅਦ 'ਚ, ਉਹ ਸਾਡੇ ਖੂਨ ਦੇ ਵਿੱਚ। ਮੈਂ ਜੀ 30 ਸਾਲ ਬਿਜ਼ਨਸ ਕੀਤਾ ਨਿਊਯਾਰਕ ਦੇ ਵਿੱਚ। ਬੰਗਲਾਦੇਸ਼ ਜਿਹੜਾ ਹੈ, ਉਹ ਨੰਬਰ 1 ਤੇ ਬਾਰਗਨ ਕਰਦਾ ਹੈ। ਜਿਹੜਾ
ਜਿਹੜਾ ਇੰਡੀਆ ਹੈ ਇਹ ਦੂਜੇ ਨੰਬਰ ਤੇ ਹੈ ਤੇ ਪਾਕਿਸਤਾਨ ਮੇਰੇ ਤਿੰਨੀਆਂ ਕਮਿਊਨਿਟੀਆਂ ਨਾਲ ਹੀ ਬਹੁਤ ਵੱਡਾ ਬਿਜ਼ਨਸ ਸੀ। ਤਿੰਨਾਂ ਕਮਿਊਨਿਟੀਆਂ ਨਾਲ ਮੇਰਾ ਰਿਹਾ ਲੈਣ ਦੇਣ ਸੀ। ਜਿਹੜੇ ਗੋਰੇ ਲੋਕ ਨੇ ਬਾਰਗੇਨਿੰਗ ਕਰਦੇ, ਕੁਆਲਿਟੀ ਦੇਖਦੇ ਨੇ। ਜਿਹੜੇ ਪਾਕਿਸਤਾਨੀ ਲੋਕ ਨੇ ਉਹ ਵੀ ਬਾਰਗੇਨਿੰਗ ਬਹੁਤ ਘੱਟ ਕਰਦੇ ਨੇ, ਲੇਕਿਨ ਉਹ ਕੁਆਲਿਟੀ ਲੈਣੀ ਚਾਹੁੰਦੇ ਨੇ। ਮੇਰੇ ਸਟੋਰ ਤੇ ਆਉਣਾ, ਉਹਨਾਂ ਨੇ ਕਹਿਣਾ ਮੋਰਾ ਦਾ ਬਲੈਂਕਟ ਚਾਹੀਦਾ ਹੈ, ਐਮਸੋਨਾਈਟ ਦਾ ਸੂਟਕੇਸ ਚਾਹੀਦਾ ਹੈ। ਜਿਹੜੀ ਕੁਆਲਿਟੀ ਵਾਲੀ ਚੀਜ਼ ਰਾਟੋ ਦੀ ਘੜੀ ਲੈਣੀ ਹੈ। ਜਿਹੜੇ ਬੰਗਲਾਦੇਸ਼ੀ ਨੇ ਉਹਨਾਂ ਨੂੰ ਕੁਛ ਦੇ ਦਿਓ, ਲੇਕਿਨ ਬਾਰਗੇਨ ਕਰਨੀ ਆ। ਉਹਨਾਂ ਦੀ ਵਾਈਫ ਅੱਗੇ ਹੋ ਕੇ ਸ਼ॉपिंग करोगी, ਜਦੋਂ ਪੈਸੇ ਦੇਣ ਦਾ ਟਾਈਮ ਹੋ ਤੇ ਬੰਗਾਲੀ ਅੱਗੇ ਆ ਜਾਊਗਾ, ਇਤਨਾ ਟਕਾ ਦੇंगे, ਇਤਨਾ ਟਕਾ देंगे। ਤੇ ਜਿਹੜੇ ਇੰਡੀਅਨ ਨੇ ਇਹਨਾਂ ਦੀ ਵੀ ਇਹ ਜਾਂ ਤਾਂ ਪਹਿਲਾਂ ਬਾਰਗੇਨ ਕਰਨਗੇ ਜਾਂ ਬਾਅਦ ਚ, ਫਿਰ ਬਾਅਦ ਚ ਲੜਾਈ ਤੱਕ ਚਲੇ ਜਾਂਦੇ ਨੇ ਕਿ ਤੂੰ ਇੰਨੇ ਪੈਸੇ ਕਿਵੇਂ ਲਾ ਸਕਦਾ ਹੈ। ਹਾਲਾਂਕਿ ਅਸੀਂ ਬੋਲਣ ਲੱਗੇ ਵੀ ਨਹੀਂ ਦੇਖਦੇ ਵੀ ਅੱਗੇ ਸਾਡੇ ਕਿਹੜੀ ਪਰਸਨੈਲਿਟੀ ਖੜੀ ਹੈ, ਅਸੀਂ ਉੱਤੇ ਝਗੜਾ ਕਰ ਲੈਂਦੇ ਹਾਂ। ਪਰ ਜੇ ਸਾਡੇ ਖੂਨ ਚ ਇੱਕ ਬਾਰਗੇਨ ਵਾਲਾ ਸੌਦਾ ਵਸਿਆ ਹੋਇਆ ਤੇ ਉਹ ਸਭ ਤੋਂ ਪਹਿਲਾਂ ਅਸੀਂ ਉਹਨੂੰ ਕਹੀਏ ਭਾਈ ਡਾਕਟਰ ਸਾਹਿਬ ਮੈਂ ਤੇਰੇ ਕੋਲ ਆ ਰਿਹਾ ਵੀ ਤੁਸੀਂ ਕਿੰਨਾ ਖਰਚਾ ਹੋ ਜਾਊਗਾ ਮੇਰਾ, ਕਿਉਂਕਿ ਪਹਿਲਾਂ ਹੀ ਤੈਅ ਹੋ ਜਾਵੇ, ਬਾਅਦ ਚ ਸਾਡਾ ਲੜਾਈ ਤੱਕ ਝਗੜਾ ਹੀ ਨਾ ਪਹੁੰਚੇ। ਤੀਸਰੀ ਗੱਲ ਜਿਹੜੀ ਤੁਸੀਂ ਬੱਚਿਆਂ ਦੀ ਕੀਤੀ ਹੈ, ਪਤਾ ਨਹੀਂ ਮੈਂ ਤੁਹਾਡਾ ਜ਼ਿਆਦਾ ਟਾਈਮ ਲੈ ਰਿਹਾ ਹਾਂ, ਕੋਈ ਗੱਲ ਨਹੀਂ। ਬੱਚਿਆਂ ਦੀ ਜਿਹੜੀ ਗੱਲ ਹੈ ਵੀਰ ਜੀ, ਇਹ ਸਾਡਾ ਜਿਹੜਾ ਨਾ ਸਿਸਟਮ ਸਾਡਾ, ਅਸੀਂ ਬੱਚਿਆਂ ਦਾ ਕਸੂਰ ਕੱਢ ਦਿੰਦੇ ਹਾਂ। ਕਸੂਰ ਦੋਨੇ ਪਾਸੇ, ਇੱਕ ਪਾਸੇ ਨਹੀਂ ਹੈ। ਪਹਿਲੀ ਗੱਲ ਤਾਂ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ। ਅਸੀਂ ਕੰਮ ਚ ਇੰਨੇ ਕੋਈ ਲੋਭ ਦੇ ਵਿੱਚ ਪਾ ਜਾਂਦੇ ਹਾਂ ਕਿ ਸਾਡੀ ਜੌਬ ਨਾ ਛੁੱਟ ਜੇ, ਸਾਡਾ 2 ਘੰਟੇ ਘੱਟ ਨਾ ਲੱਗਣ। ਜੇ ਅਸੀਂ ਕਮਿਊਨੀਕੇਟ ਬੱਚਿਆਂ ਦੇ ਨਾਲ ਰੱਖੀਏ ਤੇ ਮੇਰੇ ਖਿਆਲ ਬੱਚੇ ਨੂੰ ਜਾਨਵਰ ਨੂੰ ਵੀ, ਤੋਤੇ ਨੂੰ ਵੀ ਗੱਲਾਂ ਕਰਨ ਸਿਖਾ ਦਿੰਦਾ ਬੰਦਾ। ਇਹ ਤਾਂ ਸਾਡਾ ਤਾਂ ਫਿਰ ਵੀ ਦੇਖੋ, ਅਸੀਂ ਬੱਚਿਆਂ ਨਾਲ ਤਾਂ ਹੁਣ ਮੇਰੇ 2 ਬੇਟੇ ਨੇ ਜੀ, ਇੱਕ ਬੇਟੀ ਹੈ। ਮੇਰਾ ਛੋਟਾ ਬੇਟਾ ਜਿਹੜਾ ਉਹ ਬੋਰਨ ਆ ਨਿਊਯਾਰਕ ਦਾ, 23 ਸਾਲ ਦਾ ਹੈ। ਆ ਕਰੋਨਾ ਦੇ ਟਾਈਮ ਤੇ ਲੋਕ ਦਿਹਾੜੀਆਂ ਦਿੰਦੇ ਵੀ ਬੱਚੇ ਕੋਲ ਨਹੀਂ ਬਹਿੰਦੇ ਜੀ, ਏਦਾਂ ਜੀ ਏਦਾਂ। ਮੇਰੇ ਬੱਚੇ ਕੋਲੋਂ ਜਾਂਦੇ ਹੀ ਨਹੀਂ। ਉਹ ਕਹਿੰਦੇ ਵੀ ਉਹਨੂੰ ਕਹੀਦਾ ਵੀ ਮਾਰੇ ਉਹ ਬਾਹਰ ਗੇੜਾ ਜੋ ਹੀ ਧੱਕੇ ਨਾਲ ਭੇਜੀਦਾ। ਸਾਡਾ ਆਪਣਾ ਫਿਰ ਦੂਜੀ ਗੱਲ ਕਿ ਅਸੀਂ ਟਾਈਮ ਦੇ ਨਾਲ ਚੇਂਜ ਨਹੀਂ ਹੁੰਦੇ। ਜਿਹੜਾ ਸਾਡਾ ਟਾਈਮ ਸੀ ਵਿਦਿਆ ਕਿ ਮੈਂ 60 ਸਾਲ ਦਾ, ਜਦੋਂ 60 ਸਾਲ ਦੀ ਗੱਲ ਕਰੀਏ ਤਾਂ ਉਦੋਂ ਟਾਈਮ ਕੁਛ ਹੋਰ ਸੀ। 4 ਆਨੇ ਦਾ ਚਾਹ ਦਾ ਕੱਪ ਆ ਜਾਂਦਾ ਸੀ ਤੇ ਅੱਜ ਤੁਸੀਂ 5 ਰੁਪਏ ਭਿਖਾਰੀ ਨੂੰ ਦਓ ਨਾ ਤੇ ਉਹਦੇ ਤੁਹਾਡਾ ਸ਼ੀਸ਼ਾ ਕਰਨ ਤੋਂ ਪਹਿਲਾਂ ਤੁਹਾਡੀ ਕਾਰ 'ਚ ਵਾਪਸ ਆ ਜਾਂਦਾ, 5 ਰੁਪਏ ਲੈਂਦਾ ਨਹੀਂ। ਉਹ ਕਹਿੰਦਾ ਮੇਰਾ ਹੋਣਾ ਹੀ ਕੁਝ ਨਹੀਂ ਤੇ ਮੈਂ ਤੇਰੇ 5 ਰੁਪਏ ਕੀ ਕਰਨੇ ਨੇ। ਟਾਈਮ ਦੇ ਨਾਲ ਇੱਕ ਦਿਨ ਦੇ ਨਾਲ ਸਾਡਾ ਸਿਸਟਮ ਚੇਂਜ ਹੋ ਰਿਹਾ ਤੇ ਸਾਨੂੰ ਆਪਣੇ ਆਪ ਨੂੰ ਵੀ, ਬਜ਼ੁਰਗਾਂ ਨੂੰ ਵੀ ਉਸ ਲੈਅ ਤੇ ਲੈ ਕੇ ਜਾਣਾ ਪਊਗਾ। ਸਾਨੂੰ ਉਸ ਟਾਈਮ ਜੇ ਬੱਚੇ ਬਾਹਰ ਘੁੰਮਣਾ ਫਿਰਨਾ ਚਾਹੁੰਦੇ ਨੇ, ਚਲੋ ਸਾਡੇ ਤਾਂ ਸਾਡਾ ਹੁੰਦਾ ਵੀ ਮਾਂ ਪਿਓ ਨੇ ਘੂਰਨਾ ਵੀ ਨਾ ਬਈ ਤੁਸੀਂ ਆਹ ਨਹੀਂ ਕਰਨਾ। ਬੱਚਾ ਜੇ ਜਾਣਾ ਚਾਹੁੰਦਾ ਤੇ ਉਹਨੂੰ ਤਾਂ ਜਾ ਭਾਈ ਇਸੇ ਟਾਈਮ ਤੇ ਆ ਜੀ। ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਜਾਣਾ। ਬੱਚੇ ਦੱਸ ਕੇ ਜਾਣ ਤੇ ਤੁਹਾਡਾ ਵੀ ਮਨ ਸੁਖੀ ਰਹਿੰਦਾ, ਮਾਂ ਪਿਓ ਦਾ ਵੀ ਸੁਖੀ ਰਹਿੰਦਾ, ਬੱਚਾ ਵੀ ਸੇਫ ਰਹਿੰਦਾ। ਪਰ ਅਸੀਂ ਉਹਨਾਂ ਤੇ ਰੋਹ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਤੂੰ ਆ ਕੱਪੜੇ ਕਿੱਦਾਂ ਦੇ ਪਾਉਣਾ ਬਈ, ਤੂੰ ਆਹ ਕਿੰਨਾ ਕਰਨਾ, ਤੂੰ ਕਹਿਣਾ ਸਾਡਾ ਫਰਜ਼ ਬਣਦਾ, ਪਰ ਤਰੀਕੇ ਨਾਲ। ਇਹ ਨਹੀਂ ਕਿ ਉਹਨਾਂ ਤੇ ਅਸੀਂ ਕੋਈ ਚੀਜ਼ ਥੋਪੀਏ ਆਪਣੀ ਤੇ ਉਹ ਸਾਡੀ। ਤੇ ਸਾਨੂੰ ਬਜ਼ੁਰਗਾਂ ਨੂੰ ਆਪਣਾ ਵੀ ਬਸ ਥੋੜਾ ਜਿਹਾ ਸੁਭਾਅ ਬਦਲਣਾ ਪਊਗਾ ਜੇ ਅਸੀਂ ਰਿਸਪੈਕਟ ਕਰਾਉਣੀ ਹੈ ਤਾਂ। ਤੇ ਜੇ ਅਸੀਂ ਨਹੀਂ ਕਰਾਉਣੀ ਤੇ ਫਿਰ ਜਿੱਦਾਂ ਮਰਜ਼ੀ ਟੋਕੀ ਜਾਓ, ਕਾਰ 'ਚ ਬੈਠਣ ਲੱਗਿਆ ਵੀ ਤੁਸੀਂ ਉਹਨੂੰ ਟੋਕਦੇ ਹੋ ਵੀ ਦਰਵਾਜ਼ਾ ਕਿਵੇਂ ਬੰਦ ਕੀਤਾ ਜੀ, ਆ ਬੈਲਟ ਕਿਵੇਂ ਤੂੰ ਲਾਈ ਹੈ, ਤੂੰ ਏਦਾਂ ਕਿਵੇਂ ਤੋੜੀ, ਤੋੜਦਾ ਕਿਵੇਂ। ਆਪਣੇ ਹਿਸਾਬ ਨਾਲ ਨਹੀਂ ਅਸੀਂ ਚਲਾ ਸਕਦੇ ਕਿਸੇ ਨੂੰ। ਅਗਲੇ ਨੂੰ ਪਿਆਰ ਨਾਲ ਚੱਲਦੀ ਹੈ ਦੁਨੀਆ, ਪਿਆਰ ਨਾਲ। ਹੁਣ ਸਾਡਾ ਜਿਹੜਾ ਇੱਕ ਸਕਿੰਟ ਵਿੱਚ 2 ਮਿੰਟ ਹੋਰ ਲਊਂਗਾ ਤੁਹਾਡੇ। ਮੇਰੀ ਇੱਕ ਕਾਲ ਹੋਰ ਆ ਰਹੀ ਹੈ ਜੀ, ਥੋੜਾ ਸ਼ਾਰਟ ਰੱਖੋ। ਕਾਲ ਇੱਕ ਹੋਰ ਆ ਰਹੀ ਹੈ, ਥੈਂਕ ਯੂ। ਹਾਂਜੀ ਬਸ ਇੱਕੋ ਮਿੰਟ। ਜਿਹੜਾ ਇੰਡੀਅਨ ਸਿਸਟਮ ਹੈ, ਅਸੀਂ ਚੁਣ ਲੱਗਿਆ ਬੰਦਾ ਨਹੀਂ ਵੇਖਦੇ, ਉੱਪਰ ਜਿਹੜਾ ਸਾਡੇ ਬੋਦੀ ਫੜ ਕੇ ਬੈਠਾ ਉਹ ਕਰਪਟ ਬੰਦੇ ਨੇ। ਉਹਨਾਂ ਦਾ ਚਾਲ ਚੱਲਣ ਨਹੀਂ ਵੇਖਿਆ, ਅਸੀਂ ਵੋਟ ਪਾਉਣ ਲੱਗਿਆ ਨਹੀਂ ਵੇਖਿਆ। ਗੱਲਾਂ ਬੜੀਆਂ ਦਿੱਤੀ ਤੇ ਚਲੋ ਇੰਨੀਆਂ ਬੇਨਤੀਆਂ ਵੀ ਅਸੀਂ ਸਿਸਟਮ ਨੂੰ ਸੁਧਾਰਨਾ ਤੇ ਆਪਣੀ ਚੋਣ ਕਰਨੀ ਪਈ। ਥੈਂਕ ਯੂ ਸੋ ਨਾਈਸ ਆਫ ਯੂ, ਥੈਂਕ ਯੂ ਜੀ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਬ੍ਰੈਂਟਨ ਤੋਂ ਬੋਲਦਾ ਜੀ, ਸੁਖਦੇਵ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਪ੍ਰੋਗਰਾਮ ਬਹੁਤ ਅੱਛੇ ਚੱਲਦੇ ਨੇ। ਹਮਦਾਰ ਦੀ ਟੀਵੀ ਤੇ ਮੈਂ ਸਾਰਾ ਦਿਨ ਇਹੀ ਦੇਖਦਾ ਰਹਿਣਾ ਕਿ ਇੰਨੀਆਂ ਅੱਛੀਆਂ ਖਬਰਾਂ ਤੁਸੀਂ ਦੇ ਰਹੇ ਹੋ, ਇੰਨਾ ਅੱਛਾ ਗਿਆਨ ਦੇ ਰਹੇ ਹੋ। ਥੈਂਕ ਯੂ ਜੀ, ਸੋ ਨਾਈਸ। ਸੀਨੀਅਰ ਹਾਂਜੀ, ਸਾਨੂੰ 8 ਸਾਲ ਹੋ ਗਿਆ ਆਇਆ ਨੂੰ, ਅਸੀਂ ਹੁਣ ਸਿਟੀਜ਼ਨਸ਼ਿਪ ਵੀ ਲੈ ਲਈ ਜੀ। ਹਾਂਜੀ, ਮੇਰੀ ਉਮਰ ਹੈ 73, ਮੇਰੀ ਵਾਈਫ ਦੀ ਹੈਗੀ 68 ਰਾਈਟ ਜੀ, 59 ਹੋ ਗਈ ਹੈ। ਹਾਂਜੀ, ਤੇ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ ਕਿ ਜਦੋਂ ਸਿਟੀਜ਼ਨਸ਼ਿਪ ਇਹਨਾਂ ਨੂੰ 4 ਸਾਲ ਦਾ ਪਿੱਛੇ ਕੱਟ ਕੇ 3 ਸਾਲ ਕਰਤਾ ਸੀ, ਅਸੀਂ ਸਿਟੀਜ਼ਨਸ਼ਿਪ ਲੈ ਲਈ। ਠੀਕ ਹੈ ਜੀ। ਲੇਕਿਨ ਜਿਹੜੀ ਸੀਨੀਅਰ ਦੀ ਪੈਨਸ਼ਨ ਹੈ, ਹੁਣ ਅਸੀਂ 73 ਵੀ ਆਰ ਗੈਟਿੰਗ ਨਥਿੰਗ, ਨੋ ਪੈਨਸ਼ਨ, ਨੋ ਬੈਨੀਫਿਟ। ਹਾਂਜੀ, ਤੇ ਜੇ 4 ਸਾਲ ਦਾ ਕੱਟ ਪੀਰੀਅਡ ਕੱਟ ਕੇ 1 ਸਾਲ ਕੱਟ ਕੇ 3 ਸਾਲ ਕਰ ਸਕਦੇ ਨੇ ਤੇ ਫੀਸ ਵੀ ਤਿਗਣੀ ਕਰ ਸਕਦੇ ਨੇ ਤੇ ਗਵਰਨਮੈਂਟ ਜਿਹੜੇ ਹੋਰ ਫੈਸਿਲਿਟੀਆਂ ਇੰਨੀਆਂ ਦੇ ਰਹੀ ਹੈ ਤੇ ਸੀਨੀਅਰ ਲਈ ਕੀ ਇਹ ਕੱਟ ਨਹੀਂ ਕਰ ਸਕਦੇ? ਇਹ ਜਿਹੜੀ 10 years ਸਟੇ ਇਨ ਕੈਨੇਡਾ ਲਿਖੀ ਇਹਨਾਂ ਨੇ। ਮੇਰੀ ਗੱਲ ਦਾ ਜਵਾਬ ਦਿਓਗੇ ਜੀ? ਮੈਂ ਗੁੱਸਾ ਨਹੀਂ ਕਰਨਾ, ਮੈਂ ਵੈਸੇ ਗੱਲ ਕਰਦਾ। ਨਾ ਗੁੱਸਾ ਕੋਈ ਨਹੀਂ। ਤੁਸੀਂ ਇੱਥੇ ਆਏ ਹੋ, ਜਦੋਂ ਦੇ ਵੀ ਆਏ ਹੋ, ਤੁਸੀਂ ਇੱਥੋਂ ਦੀ ਜਿਹੜੀ ਇਕਨੋਮੀ ਹੈ
ਉਹਦੇ ਚ ਕਿੰਨਾ ਕੁ ਟੈਕਸ ਵਿੱਚ ਪਾਇਆ? ਟੈਕਸ ਸਾਡੇ ਬੇਟੇ ਪਾ ਰਿਹਾ ਜੀ, ਅਸੀਂ ਤਾਂ ਨਹੀਂ ਪਾਇਆ। ਹਾਂਜੀ, ਫਿਰ ਜੇ ਤੁਹਾਡੇ ਫਿਰ ਬੇਟਿਆਂ ਨੂੰ ਮਿਲ ਰਿਹਾ ਜੀ ਸਾਰਾ ਕੁਝ, ਜਦ ਤੁਸੀਂ ਕੰਟਰੀਬਿਊਟ ਹੀ ਨਹੀਂ ਕੁਛ ਕੀਤਾ ਤੇ ਫਿਰ ਤੁਹਾਨੂੰ ਸਰਕਾਰ ਕਿਉਂ ਦੇਵੇ? ਸਰ ਦੇਖੋ, ਗੱਲ ਸੁਣੋ, ਕੰਟਰੀਬਿਊਸ਼ਨ ਦੀ ਗੱਲ ਨਹੀਂ। ਜਿਵੇਂ ਹੁਣ ਇੰਡੀਆ ਹੈਗੀ ਔਰ 7 ਸਾਲ ਦੀ ਪੈਨਸ਼ਨ ਮਿਲਦੀ ਹੈ। ਹਾਂਜੀ, ਜਿਉਂ ਤੁਹਾਡੀ ਸਟੇਟ, ਤੁਸੀਂ ਮੇਰੀ ਗੱਲ ਸੁਣੋ, ਬੜੀ ਸਿੰਪਲ ਥਿਊਰੀ ਹੈ। ਹੁਣ ਅਸੀਂ PR ਤੇ ਆਏ ਸੀ, ਰਾਈਟ ਜੀ? ਹਾਂ। ਹੁਣ ਅਸੀਂ ਸਿਟੀਜ਼ਨਸ਼ਿਪ ਹੋ, ਸਾਨੂੰ ਸਿਟੀਜ਼ਨ ਹੋ ਗਈਆਂ। ਤੇ ਕੋਈ ਡਿਫਰੈਂਸ ਬਿਟਵੀਨ PR ਐਂਡ ਸਿਟੀਜ਼ਨ? ਮੈਨੂੰ ਗੱਲ ਦਾ ਜਵਾਬ ਦਿਓ ਪਹਿਲੇ ਤਾਂ। There are different privileges. There are different privileges. PR is not the same as citizen. Simple. ਠੀਕ ਹੈ ਨਾ? ਹਾਂਜੀ। ਤੇ ਜਿਹੜਾ ਸਿਟੀਜ਼ਨ ਹੈ ਉਹਨੂੰ ਵੋਟਿੰਗ ਦਾ ਰਾਈਟ ਵੀ ਹੈ। ਬਿਲਕੁਲ ਜੀ। ਤੇ ਫਿਰ ਸਾਡੀ ਕੰਡੀਸ਼ਨ ਦੋਨਾਂ ਹੀ ਸੇਮ ਹੈ। 10 ਇਅਰ ਸਟੇਟ ਮੇਡ ਹੈ। ਜੋ ਤੁਸੀਂ ਸਿਟੀਜ਼ਨ ਬਣ ਗਏ, ਫਿਰ ਸਟੇਟ ਦਾ ਕੀ ਹੈ? ਮੈਂ ਇਸ ਵਿੱਚ ਲੌਜੀਕਲ ਤੇ ਜਸਟਿਸ ਵਾਲੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ। ਠੀਕ ਹੈ ਜੀ, ਮੈਂ ਵੀ ਤੁਹਾਨੂੰ ਲੌਜੀਕਲ ਹੀ ਪੁੱਛ ਰਿਹਾ ਜੀ। ਮੈਂ ਇਹ ਲੌਜੀਕਲ ਪੁੱਛ ਰਿਹਾ ਵੀ ਜਦ ਤੁਸੀਂ ਆਪਣੀ ਗੱਲ ਛੱਡੋ, ਕਿਸੇ ਆਪਾਂ ਵੈਸੇ ਗੱਲ ਕਰ ਲੈਣਾ, ਕਿਸੇ ਹੋਰ ਕੰਟਰੀ ਦੀ ਗੱਲ ਕਰ ਲੈਣਾ। ਹਾਂ, ਮੈਂ ਜਰਨਲਾਈਜ਼ ਗੱਲ ਕਰਦਾ ਵੀ ਜੇ ਮੈਂ ਕਿਸੇ ਕੰਟਰੀ ਦੇ ਵਿੱਚ ਉੱਥੋਂ ਦੀ ਇਕਨੋਮੀ 'ਚ ਹਿੱਸਾ ਹੀ ਨਹੀਂ ਪਾਇਆ ਤਾਂ ਮੈਨੂੰ ਕੀ ਹੱਕ ਆ ਉੱਥੋਂ ਦੀ ਇਕਨੋਮੀ 'ਚੋਂ ਪੈਸੇ ਲੈਣ ਦਾ? ਮੈਨੂੰ ਸਰਕਾਰ ਨੂੰ ਕੀ ਕਹਿਣ ਦਾ ਹੱਕ ਆ ਮੈਨੂੰ ਪੈਸੇ ਦਿਓ? ਮੇਰੀ ਗੱਲ ਸੁਣੋ ਸਰ, 10 ਸਾਲ ਬਾਅਦ ਜਦੋਂ ਸਾਨੂੰ ਪੈਨਸ਼ਨ ਮਿਲੂਗੀ ਸਾਡਾ ਕੰਟਰੀਬਿਊਸ਼ਨ ਹੋ ਜਾਊਗਾ। ਓਕੇ, ਦੈਟਸ ਫਾਈਨ। ਉਹ ਇਹ ਸਰਕਾਰ ਨੇ ਲਿਮਿਟ ਰੱਖੀ ਵੀ ਤੁਹਾਡੀ ਘੱਟੋ ਘੱਟ 10 ਸਾਲ ਦੀ ਲਿਮਿਟ ਹੈ, 10 ਸਾਲ ਬਾਅਦ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਫਿਰ ਉਡੀਕਣਾ ਚਾਹੀਦਾ ਉਹਨੂੰ। ਅਸੀਂ ਠੀਕ ਰਹੇ ਹਾਂ, ਸਾਡੀ ਗੱਲ ਨਹੀਂ। ਪਰ ਸਵਾਲ ਤਾਂ ਇਹ ਹੈ ਕਿ ਜਦੋਂ ਆਪਾਂ ਨੇ ਸਿਟੀਜ਼ਨਸ਼ਿਪ ਲੈ ਲਈ ਹੈ, ਗਵਰਨਮੈਂਟ ਨੇ 1 ਸਾਲ ਕਿਉਂ ਕੱਟਿਆ? ਫਿਰ 4 ਸਾਲ ਤੇ ਇਹਨਾਂ ਨੇ ਕਰਤੀ ਸੀ, ਪਹਿਲਾਂ PC ਨੇ, ਫਿਰ ਲਿਬਰਲ ਆਏ, ਉਹਨਾਂ ਨੇ 3 ਸਾਲ ਕਰਤੀ ਹੈ। ਗਵਰਨਮੈਂਟ ਆਪਣੇ ਬੈਨੀਫਿਟ ਲਈ ਚੇਂਜ ਕਰ ਰਹੀ ਹੈ, ਲੇਕਿਨ ਸਿਟੀਜ਼ਨ ਲਈ ਕੀ ਕਰ ਰਹੀ ਹੈ? ਮੈਂਬਰ ਪਾਰਲੀਮੈਂਟ ਜਿਹੜਾ ਤੁਹਾਡੇ ਦੇਖੋ ਜੀ, ਹਾਂ, ਮੈਂ ਇਹਦਾ ਤੁਸੀਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟਸ ਨੇ ਜੀ, ਤੁਸੀਂ ਉਹਨਾਂ ਕੋਲੇ ਇਹ ਆਵਾਜ਼ ਉਠਾ ਸਕਦੇ ਹੋ ਵੀ ਇਹ ਗੱਲ ਕਿਉਂ ਨਹੀਂ। ਪਰ ਜਿਹੜੀ 10 ਸਾਲ ਦੀ ਗੱਲ ਹੈਗੀ ਆ, ਉਹ 10 ਸਾਲ ਤੁਹਾਡੇ ਇੱਥੇ ਆਪਾਂ ਨੂੰ ਕਈ ਵਾਰੀ ਅਸੀਂ ਉਹ ਗਿਣਤੀ ਲਾ ਰਹੇ ਵੀ ਸਾਨੂੰ 10 ਸਾਲ ਹੋ ਗਏ ਆਇਆਂ ਨੂੰ, ਪਰ ਉਹਦੇ ਵਿੱਚੋਂ ਜਿਹੜੀ ਸਰਕਾਰ ਹੈ ਜੀ, ਜਿੰਨਾ ਚਿਰ ਤੁਸੀਂ ਕੈਨੇਡਾ ਚੋਂ ਬਾਹਰ ਰਹੇ ਹੋ ਉਹ ਟਾਈਮ ਡਿਡਕਟ ਹੋ ਜਾਣਾ ਤੁਹਾਡੇ ਇੱਥੇ ਰਹਿਣ ਦੇ ਪੂਰੇ 10 ਸਾਲਾਂ ਨੂੰ। ਕਈ ਨਹੀਂ ਇਸ ਕਰ ਮੈਂ ਥੋੜਾ ਭੁਲੇਖਾ ਦੂਰ ਕਰਨ ਲੱਗਿਆ, ਤੁਹਾਡੀ ਗੱਲ ਨਹੀਂ ਕਰਦਾ, ਕਿਉਂਕਿ ਹੋਰ ਬਹੁਤ ਦਰਸ਼ਕ ਨੇ ਜੀ, ਮੈਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਰੂਲ ਠੀਕ ਹੈ। ਹਾਂਜੀ, ਬਾਹਰ ਰਵਾਂਗੇ ਤਾਂ ਥੋੜਾ ਟਾਈਮ ਕੱਟ ਹੋ ਹਾਂਜੀ, ਕਈਆਂ ਨੂੰ ਇਹ ਹੁੰਦਾ ਵੀ 10 ਸਾਲ ਸਾਨੂੰ ਉੱਥੇ ਆਇਆਂ ਨੂੰ ਹੋ ਗਏ, ਜਿਹੜਾ ਉਹ ਟਾਈਮ ਗਏ ਨੇ ਉਹ ਕਾਊਂਟ ਨਹੀਂ ਕਰਦੇ, ਉਹ ਕਾਊਂਟ ਕੀਤਾ ਜਾਂਦਾ ਜੀ। ਉਹ ਤੁਹਾਨੂੰ ਹੋਰ ਵੱਧ ਟਾਈਮ ਲਾਉਣਾ ਪੈਂਦਾ। ਠੀਕ, ਉਹ ਰੂਲ ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ, ਸੋ ਨਾਈਸ ਆਫ ਯੂ, ਇਟਸ ਅ ਵੈਰੀ ਨਾਈਸ, ਤੁਹਾਡਾ ਬੜਾ ਵਧੀਆ ਇਸ਼ੂ ਸੀਗਾ ਜੀ, ਥੈਂਕ ਯੂ ਕਾਇੰਡਲੀ। ਹਾਂਜੀ, ਕੀ ਦੇਖੋ, ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਇਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਅਸੀਂ ਸਿਟੀਜ਼ਨ ਹੁਣ ਲੈ ਲਈ ਆ। ਹਾਂਜੀ, ਉਹ ਸਿਟੀਜ਼ਨ ਸਾਡੇ ਰਾਈਟ ਜਿਹੜੇ ਆ। ਹਾਂ, ਠੀਕ ਹੈ, ਆਈ ਐਗਰੀ ਵਿਦ ਦੈਟ। ਹਾਂ, ਪਰ ਦੇਖੋ ਜਿਹੜੀ ਹੁਣ 10 ਸਾਲ ਵਾਲੀ ਕੰਡੀਸ਼ਨ ਰੱਖੀ ਹੈ ਨਾ, ਇਹ ਕਈ ਵਾਰੀ ਆਪਣੇ ਜਿਹੜੀ ਸੁਸਾਇਟੀ ਹੈ ਨਾ ਸਾਡੀ, ਜਿਹੜੇ ਸੀਨੀਅਰਸ ਨੇ ਇੰਡੀਆ ਤੋਂ ਅਸੀਂ ਆਉਂਦੇ ਹਾਂ, ਅਸੀਂ ਵੀ ਇਦਾਂ ਹੀ ਆਏ ਸਮਝ ਲਓ ਵੀ ਹੁਣ ਤਾਂ ਸਾਨੂੰ ਦੇਰ ਹੋ ਗਈ ਨਾ, ਅਸੀਂ ਉਹ ਆਪਣੇ ਰਾਈਟਸ ਜਿਹੜੇ ਆ ਉਹ ਲੈਣੇ ਚਾਹੁੰਦੇ ਆ। ਚਲੋ ਲੈਣੇ ਵੀ ਚਾਹੀਦੇ, ਪਰ ਪੈਨਸ਼ਨ ਦਾ ਕਈ ਵਾਰੀ ਰੌਲਾ ਇਹ ਵੀ ਪੈਂਦਾ ਆ ਵੀ ਜਿਹੜੇ ਯੂਰਪ ਤੋਂ ਆਉਂਦੇ ਉਹਨਾਂ ਨੂੰ ਪੈਨਸ਼ਨ ਇੱਥੇ ਲੱਗ ਜਾਂਦੀ ਹੈ ਛੇਤੀ, ਉਹਨਾਂ ਨੂੰ 10 ਸਾਲ ਨਹੀਂ ਵੇਟ ਕਰਨਾ। ਬਿਲਕੁਲ, ਉਹਨਾਂ ਲਈ ਕਿਉਂ ਲਾ ਹੋ ਰਿਹਾ, ਇਹ ਵੀ ਕਈ ਵਾਰੀ ਗੱਲਾਂ ਆਈਆਂ। ਪਰ ਫਿਰ ਜੇ ਉਹਦੀ ਘੋਖ ਕਰੀਏ ਤੇ ਜੇ ਕੈਨੇਡੀਅਨ ਵੀ ਉੱਥੇ ਜਾਵੇ ਤਾਂ ਉਹਨੂੰ ਵੀ ਉੱਥੇ ਲੱਗਦੀ ਹੈ। ਇਹ ਤਾਂ ਹੀ ਇਹ ਮਿਊਚੁਅਲ ਹੈ ਜੀ, ਇਹ ਮਿਊਚੁਅਲ ਹੈ। ਐਗਜ਼ੈਕਟਲੀ। ਹੁਣ ਇੱਥੋਂ ਜੇ ਅਸੀਂ ਇੰਡੀਆ ਜਾਈਏ ਸਾਨੂੰ ਪੈਨਸ਼ਨ ਥੋੜੀ ਮਿਲ ਜਾਣੀ। ਹਾਂਜੀ, ਉਹ ਕਿਉਂਕਿ ਉਹ ਸਾਡੇ ਇੰਡੀਆ 'ਚ ਮੇਰੇ ਖਿਆਲ ਲਾਅ ਹੀ ਹੈ ਨਹੀਂਗਾ, ਜੇ ਕੈਨੇਡੀਅਨ ਉੱਥੇ 10 ਸਾਲ ਜਾ ਕੇ ਰਹਿੰਦਾ ਤਾਂ ਉਹਨੂੰ ਪੈਨਸ਼ਨ ਮਿਲਣੀ ਹੈ। ਜਿਹੜੀਆਂ ਪਹਿਲੀਆਂ 2 ਕਾਲਾਂ ਆਈਆਂ ਸੀ ਨਾ, ਹਾਂਜੀ, ਉਹ ਇੱਕ ਤਾਂ ਉਹਨਾਂ ਨੇ ਕੀਤਾ ਸੀ ਪਹਿਲਾਂ ਤਾਂ ਉਹ ਮਹਿੰਦਰ ਦੀ ਜਿਹੜੀ ਕਾਲ ਆਈ ਸੀ ਨਾ, ਦੇਖੋ ਉਹਨੇ ਬੜੀਆਂ ਸੂਝਬਾਨੀ ਦੀਆਂ 2-3 ਗੱਲਾਂ ਕੀਤੀਆਂ ਬੀਬੀ ਨੇ। ਉਹਨੇ ਕਿਹਾ ਵੀ ਕਈ ਵਾਰੀ ਆਪਾਂ ਇਹੀ ਗੱਲ ਕਰਦੇ ਨਾ ਵੀ ਕਈ ਵਾਰੀ ਪਰਿਵਾਰ ਦੇ ਵਿੱਚੋਂ ਐਸਾ ਕੋਈ ਜੀ ਤੁਹਾਡੇ ਕੋਲੋਂ ਵਿਛੜ ਜਾਂਦਾ ਤੇ ਤੁਸੀਂ ਮੋਹ ਦਾ ਇੰਨਾ ਤੰਦਾਂ ਜੁੜੀਆਂ ਹੁੰਦੀਆਂ ਤੇ ਉਹ ਸਹਿਣਾ ਬੜਾ ਔਖਾ ਹੈ ਕਿ ਨਹੀਂ। ਤੇ ਦੂਜਾ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਬਈ ਜਿਹੜੀ ਹੱਦ ਹੋਣੀ ਚਾਹੀਦੀ ਆ ਕਿਸੇ ਚੀਜ਼ ਦੀ, ਵੀ ਉੱਥੇ ਕਈ ਵਾਰੀ ਸਾਰਿਆਂ ਨਾਲ ਤਾਂ ਨਹੀਂ, ਉਹਨੇ ਕਿਹਾ ਸੀ ਬਹੁਤ ਘੱਟ ਕੇਸਾਂ ਵਿੱਚ ਬਹੁਤ ਜ਼ਿਆਦੀ ਜ਼ਿਆਦਤੀ ਹੁੰਦੀ, ਜ਼ਿਆਦੀ ਜ਼ਿਆਦਤੀ। ਅਸੀਂ ਵੀ ਇਹੋ ਹੀ ਗੱਲ ਕਰਦੇ ਹਾਂ ਬਈ ਮਾਪਿਆਂ ਨੂੰ ਇੰਨਾ ਜ਼ਿਆਦਾ ਤੰਗ ਨਹੀਂ ਕਰਨਾ ਚਾਹੀਦਾ ਯੰਗਸਟਰਾਂ ਨੂੰ। ਹਾਂਜੀ, ਤੇ ਦੂਜੀ ਜਿਹੜੀ ਸਿਸਟਮ ਦੀ ਗੱਲ ਕੀਤੀ ਆ ਸਰਦਾਰ ਸਾਹਿਬ ਨੇ, ਤੇ ਉਹਨਾਂ ਨੇ ਕਮਿਊਨੀਕੇਸ਼ਨ ਦੀ ਤਾਂ ਚੇਂਜ ਇਨ ਲਾਈਫ। ਦੇਖੋ, ਚੇਂਜ ਇਨ ਲਾਈਫ ਜਿਹੜਾ ਨਾ ਇਹ ਬਹੁਤ ਹੀ ਜ਼ਰੂਰੀ ਆ। ਤੁਸੀਂ ਜਿਸ ਦੇਸ਼ ਦੇ ਵਿੱਚ ਜਾਣਾ, ਜਦੋਂ ਤੁਸੀਂ ਸਟੈਪ ਬਾਈ ਸਟੈਪ ਤੁਹਾਡੀ ਲਾਈਫ ਵੱਧਦੀ ਆ, ਤੁਸੀਂ ਸਿਸਟਮ ਦੇ ਵਿੱਚ ਦੂਜੇ ਚਲੇ ਜਾਂਦੇ ਆ, ਜਾਂ ਹੁਣ ਪਹਿਲਾਂ ਕੰਮ ਤਾਂ ਕਰਦੇ ਸੀ, ਹੁਣ ਤੁਸੀਂ
ਸੀਨੀਅਰ ਹੋ ਗਏ, ਉਹ ਚੇਂਜ ਜਿਹੜੀ ਆ ਨਾ ਉਹ ਤੁਹਾਨੂੰ ਉਹਦੇ ਮੁਤਾਬਕ ਚੱਲਣਾ ਪੈਣਾ। ਜਦੋਂ ਅਸੀਂ ਉਹਦੇ ਮੁਤਾਬਕ ਨਹੀਂ ਚੱਲਦੇ ਸਾਡੀਆਂ ਪ੍ਰੋਬਲਮਸ ਆਉਂਦੀਆਂ। ਸਹੀ ਗੱਲ ਹੈ। ਹਾਂਜੀ, ਆਪਾਂ ਜਿਹੜੀ ਉਹ ਸੌਦਾ ਕਰਨ ਦੀ ਗੱਲ ਕਰਦੇ ਸੀਗੇ, ਹਾਂਜੀ ਹਾਂਜੀ, ਵੀ ਡੈਂਟਿਸਟ ਤੇ ਅਸੀਂ ਜਾਂਦੇ ਆ, ਉਹ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਪਹਿਲਾਂ, ਹਾਂਜੀ ਉਹਨਾਂ ਨੇ ਜਿਹੜੀ ਉਹਨਾਂ ਕਿਹਾ ਬਾਰਗੇਨ ਅਸੀਂ ਕਰਦੇ ਆ, ਵੱਖਰੀ ਵੱਖਰੀ ਕੰਮਾਂ ਵੱਖਰੇ ਵੱਖਰੇ ਢੰਗ ਨਾਲ ਕਰਦੀਆਂ ਨੇ, ਰਾਈਟ। ਪਰ ਉਹਦੇ ਚ ਕਈ ਵਾਰੀ ਅਸੀਂ ਜਦੋਂ ਇੱਕ ਹੋਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਜਦੋਂ ਸਾਡੇ ਸੀਨੀਅਰਸ ਕੋਈ ਇਹੋ ਜਿਹੀ ਥਾਂ ਤੇ ਜਾਂਦੇ ਨੇ, ਉਹ ਹਲੇ ਵੀ ਸਾਰੇ ਨਹੀਂ, ਹਜੇ ਵੀ ਬਹੁਤ ਐਸੇ ਨੇ ਜਿਹੜੇ ਕਿ ਜੇ ਡੈਂਟਿਸਟ ਮਰਦ ਹੈ ਉਹ ਡਾਕਟਰ ਸਾਹਿਬ ਹੈ, ਜੇ ਡੈਂਟਿਸਟ ਔਰਤ ਹੈ ਤਾਂ ਉਹ ਜਿਹੜੀ ਕੁੜੀ ਹੈ ਇੱਥੇ ਡੈਂਟਿਸਟ ਹੈ ਜਿਹੜੀ, ਉਹਨੂੰ ਅਸੀਂ ਸੇਮ ਰਿਸਪੈਕਟ ਨਾਲ ਸਾਰਿਆਂ ਦੀ ਗੱਲ ਨਹੀਂ ਕਰਦਾ, ਉਹ ਗੱਲ ਆਈ ਹੈ, ਅਸੀਂ ਉਹਨੂੰ ਉਸ ਰਿਸਪੈਕਟ ਨਹੀਂ ਦਿੰਦੇ। ਉਹਨੇ ਵੀ ਉਨੀ ਪੜ੍ਹਾਈ ਕੀਤੀ ਹੈ, ਉਹ ਵੀ ਉਹੋ ਜਿਹਾ ਕੰਮ ਕਰਦੀ ਹੈ, ਉਸਾ ਹੀ ਕੰਮ ਕਰ ਰਹੀ ਹੈ, ਹੋ ਸਕਦਾ ਉਹ ਬੈਟਰ ਕੰਮ ਕਰਦੀ ਹੋਵੇ, ਤੇ ਅਸੀਂ ਉਹਨੂੰ ਮਰਦ ਨੂੰ ਮੁੰਡੇ ਨੂੰ ਚਾਹੇ ਉਹ ਦੋਨੇ ਚਾਹੇ ਇੱਕੋ ਉਮਰ ਦੇ ਨੇ, ਦੋਨੇ 30 ਸਾਲ ਦੇ ਨੇ ਐਸੇ ਦੇ ਸਵੇ, ਉਹ ਡਾਕਟਰ ਸਾਹਿਬ ਹੈ ਤੇ ਉਹ ਜਿਹੜੀ ਉਹ ਕੁੜੀ ਡਾਕਟਰ ਹੈ। ਇਹ ਕਿਉਂ ਹੈ? ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਜਿਹੜਾ ਉਹੀ ਫਿਰ ਸਿਸਟਮ ਦੀ ਗੱਲ ਆ ਜਾਂਦੀ ਆ ਕਿ ਅਸੀਂ ਜਿੱਥੋਂ ਆਏ ਨਾ, ਅਸੀਂ ਪੁਰਸ਼ ਪ੍ਰਧਾਨ ਕੰਟਰੀ ਚੋਂ ਆਏ ਆ। ਜੀ ਇਹ ਗੱਲਾਂ ਮੇਰੇ ਕੰਨ 'ਚ ਵੀ ਇੱਕ ਦੋ ਵਾਰੀ ਪਈਆਂ, ਸੀਨੀਅਰ ਹੀ ਕਈ ਵਾਰੀ ਸੀਨੀਅਰ ਹੀ ਕਰਦੇ ਆ। ਹਾਂਜੀ, ਕਿ ਉਹ ਕੁੜੀ ਸੀ ਡੈਂਟਿਸਟ ਜੀ, ਯਾਰ ਉਹਨਾਂ ਨੇ ਪਤਾ ਨਹੀਂ ਇੰਨੇ ਪੈਸੇ ਚਾਰਜ ਕਰਨ ਨੂੰ ਕਹਿੰਦੀ ਸੀ, ਉਹ ਪਹਿਲਾਂ ਡਾਕਟਰ ਸਾਹਿਬ ਸੀਗੇ, ਉਹ ਬੜੇ ਚੰਗੇ ਸੀ। ਦੇਖੋ ਇਹ ਫਿਰ ਉਹੀ ਗੱਲ ਆ ਗਈ ਨਾ, ਸੇਮ ਪ੍ਰੋਫੈਸ਼ਨ ਦਾ ਬਹੁਤ ਗਲਤ ਆ। ਹਾਂਜੀ, ਮੈਂ ਤੇ ਇਸ ਚੀਜ਼ ਨੂੰ ਕੰਡੈਮ ਕਰਦਾ ਕਿ ਤੁਹਾਨੂੰ ਪੂਰੀ ਰਿਸਪੈਕਟ ਦੇਣੀ ਚਾਹੀਦੀ ਆ, ਲੇਡੀ ਨੂੰ ਵੀ ਤੇ ਪੁਰਸ਼ ਨੂੰ ਵੀ। ਹਾਂਜੀ, ਜੇ ਉਹ ਵੀ ਡਾਕਟਰ ਆ ਉਹ ਵੀ ਡਾਕਟਰ ਆ, ਹਾਂਜੀ, ਫੇਰ ਫਰਕ ਕਿਉਂ ਨਹੀਂ? ਦੋਨੋਂ ਡਾਕਟਰ ਸਾਹਿਬ ਕਿਉਂ ਨਹੀਂ ਕਹਿ ਸਕਦੇ? ਜਿਹੜੀ ਬਾਰਗੇਨ ਵਾਲੀ ਗੱਲ ਕਰਦੇ ਨਾ ਆਪਾਂ, ਉਹ ਕਈ ਵਾਰੀ ਪ੍ਰੈਕਟੀਕਲੀ ਮੈਂ ਤੁਹਾਨੂੰ ਆਪਣੀ ਗੱਲ ਦੱਸ। ਹਾਂਜੀ, ਅਸੀਂ ਜਿਸ ਕੰਪਨੀ 'ਚ ਕੰਮ ਕਰਦੇ ਸੀ, ਸਾਡਾ ਡੈਂਟਲ ਜਿਹੜਾ ਸੀ ਨਾ, ਉਹ ਸਾਲ 'ਚ ਇੱਕ ਦੋ ਵਾਰੀ ਤੁਸੀਂ ਲਿਮਿਟ ਸੀ ਇੱਦੇ ਤਾਈਂ ਤੁਸੀਂ ਫ੍ਰੀ ਸੀ। ਅਸੀਂ ਡੈਂਟਿਸਟ ਕੋ ਜਾਣਾ ਕਦੇ ਨਹੀਂ ਸੀ ਉਹਨੂੰ ਪੁੱਛਦੇ ਕਿੰਨੇ ਤੂੰ ਚਾਰਜ ਕੀਤੇ ਆ ਤੇ ਕਿੰਨੇ ਕਰਨੇ ਆ, ਸਾਈਨ ਕਰ ਦੇਣੇ, ਉਹ ਜਿੰਨੇ ਮਰਜ਼ੀ ਚਾਰਜ ਕਰ ਲਓ। ਠੀਕ ਹੈ। ਇਹ ਵੀ ਮੈਂ ਹੁਣ ਕਹਿਣਾ ਕਿ ਇਹ ਵੀ ਸਾਡੇ ਲੋਕਾਂ ਵਾਸਤੇ ਜਾਂ ਸੀਨੀਅਰ ਵਾਸਤੇ ਜਾਂ ਜਿਹੜੇ ਇਨਸ਼ੋਰਡ ਨੇ ਕੰਪਨੀ ਵੱਲੋਂ, ਇਹ ਬੈਡ ਹੈਬਿਟ ਆ। ਫੇਰ ਵੀ ਸਾਨੂੰ ਪੁੱਛਣਾ ਚਾਹੀਦਾ ਡਾਕਟਰ ਨੂੰ, ਬਿਲਕੁਲ, ਹਾਂਜੀ, ਹਾਊ ਮਚ ਇਟ ਕਾਸਟ, ਭਾਵੇਂ ਤੁਸੀਂ ਨਹੀਂ ਪੇ ਚਾਹੇ ਨਹੀਂ ਪੇ ਕਰਨੇ, ਤੁਹਾਨੂੰ ਪਤਾ ਹੋਣਾ ਚਾਹੀਦਾ, ਦੂਜਾ ਵੀ ਮਿਸਯੂਜ਼ ਨਾ ਕਰ, ਕਿਉਂਕਿ ਉਹਨੇ ਅੱਗੇ ਬਿਲਿੰਗ ਕਰਨੀ ਹੈ। ਵੈਸੇ ਹੁਣ ਅੱਜ ਕੱਲ ਥੋੜਾ ਸਿਸਟਮ ਹੋਰ ਹੋਇਆ ਹੈ, ਤੁਹਾਨੂੰ ਹਰੇਕ ਨੂੰ ਨਹੀਂ ਆਉਂਦੀ ਇਹ ਜੀ, ਇੱਕ ਕਿਸੇ ਨੂੰ ਰੈਂਡਮ ਜਿਹੜੀਆਂ ਉਹ ਕੰਪਨੀਆਂ ਨੇ ਤੁਹਾਨੂੰ ਬਿੱਲ ਭੇਜਦੀਆਂ ਨੇ ਕਨਫਰਮ ਕਰਨ ਵਾਸਤੇ ਵੀ ਤੁਸੀਂ ਆਹ ਸਰਵਿਸਿਜ਼ ਲਈਆਂ ਸੀਗੀਆਂ, ਵੀ ਜੇ ਤੁਸੀਂ ਨਹੀਂ ਲਈਆਂ ਸਾਨੂੰ ਕਾਲ ਕਰੋ। ਹਾਂ, ਇਹ ਗੱਲ ਅੱਜ ਕੱਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ ਤੁਹਾਨੂੰ ਲੈਟਰ ਆਉਂਦਾ ਕਈ ਵਾਰੀ ਵੀ ਤੁਸੀਂ ਆਹ ਸੇਵਾਵਾਂ ਲਈਆਂ ਸੀਗੀਆਂ, ਉਹ ਨਹੀਂ ਕਹਿੰਦੇ ਲਈਆਂ ਸੀ ਕਿ ਨਹੀਂ ਲਈਆਂ ਸੀ, ਨਹੀਂ, ਉਹ ਲਿਸਟ ਭੇਜ ਦਿੰਦੇ ਆ, ਉਹ ਕਹਿੰਦੇ ਵੀ ਜਿਹੜੀ ਤੁਸੀਂ ਜੇ ਤੁਸੀਂ ਲਈਆਂ ਤਾਂ ਠੀਕ ਹੈ, ਕੋਈ ਗੱਲ ਨਹੀਂ, ਜੇ ਨਹੀਂ ਲਈਆਂ ਤਾਂ ਪਲੀਜ਼ ਸਾਨੂੰ ਕੰਟੈਕਟ ਕਰੋ। ਉਹਦੇ ਨਾਲ ਉਹ ਚੈੱਕ ਕਰਦੀਆਂ ਨੇ, ਕਿਉਂਕਿ ਇਹ 'ਚ ਕਈ ਵਾਰੀ ਜ਼ਰੂਰ ਕੋਈ ਨਾ ਕੋਈ ਫਰਾਡ ਹੁੰਦਾ ਹੋਏਗਾ। ਮੈਂ ਆਪਣੀ ਕਮੇਟੀ ਦੀ ਗੱਲ ਨਹੀਂ ਕਰਦਾ, ਓਵਰਆਲ ਕਰਦਾ ਜੀ, ਕੋਈ ਨਾ ਕੋਈ ਫਰਾਡ ਹੁੰਦਾ ਕਿ ਤਾਂ ਹੀ ਉਹ ਕੰਪਨੀਆਂ ਕਰਦੀਆਂ ਨੇ। ਇੱਕ ਘਰਾਂ ਦੇ ਵਿੱਚ ਵੀ ਲਿਦਰ ਸਾਹਿਬ ਆਪਣੇ ਕੋਲ ਸਮਾਂ ਚੱਲਿਆ, ਕੋਈ ਗੱਲ ਨਹੀਂ, ਘਰਾਂ ਦੇ ਵਿੱਚ ਵੀ ਅਸੀਂ ਜਿਹੜੀਆਂ ਮਰਦ, ਜਿਵੇਂ ਤੁਸੀਂ ਮਰਦ ਪ੍ਰਧਾਨ ਸੋਸਾਇਟੀ ਦੀ ਗੱਲ ਕੀਤੀ ਹੈ, ਮਰਦ ਕੰਮ ਕਰਦਾ, ਅਸੀਂ ਸਮਝਦੇ ਹਾਂ ਕਿ ਔਰਤ ਕੋਈ ਕੰਮ ਨਹੀਂ ਕਰਦੀ ਜਿਹੜੀ ਘਰੇ ਹੈ। ਮਰਦ ਜੇ ਸੋਚਿਆ ਜਾਵੇ ਉਹ 8-10 ਘੰਟੇ ਵਾਸਤੇ ਕੰਮੋਂ ਜਾਂਦਾ ਹੈ, ਬਿਲਕੁਲ, ਘਰੇ ਆਉਂਦਾ ਹੈ, ਠੀਕ ਹੈ, ਜੁੱਤੀ ਲਾਉਂਦਾ, ਪਹਿਲਾਂ ਫਰਿੱਜ ਨੂੰ ਜਾਂਦਾ, ਬਹੁਤਿਆਂ ਦੀ ਗੱਲ ਕਰਦਾ ਜੀ, ਆਪਦੀ ਬੀਅਰ ਖੋਲਦਾ, ਟੀਵੀ ਦੇ ਮੂਹਰੇ ਪੈਰ ਤਾਂ ਚੱਕ ਕੇ ਬਹਿ ਜਾਂਦਾ, ਉਹ ਕਹਿੰਦਾ ਮੈਂ ਕੰਮ ਕਰਕੇ ਆਇਆ। ਜੀ ਜੀ, ਔਰਤ ਜਿਹੜੀ ਘਰੇ ਹੈ ਉਹ ਸਵੇਰ ਦੀ ਉੱਠੀ ਹੋਈ ਹੈ, ਉਹਦੇ ਜਾਣ ਤੋਂ ਪਹਿਲਾਂ ਉਹਨੂੰ ਉਹਦਾ ਲੰਚ ਬਣਾ ਕੇ ਦਿੱਤਾ ਹੈ, ਘਰੇ ਬੱਚਿਆਂ ਦੀ ਤਿਆਰੀ ਕਰ ਰਹੀ ਹੈ, ਸਕੂਲ ਭੇਜ ਦਿੱਤੇ ਹੈ, ਬੱਚੇ ਸਕੂਲੋਂ ਆ ਗਏ ਆ, ਪਹਿਲਾਂ ਖਵਾ ਕੇ ਭੇਜਿਆ, ਆ ਕੇ ਫਿਰ ਉਹਨਾਂ ਨੇ ਖਾਣਾ, ਸ਼ਾਮ ਨੂੰ ਭੋਜਨ ਦੀ ਤਿਆਰੀ ਵੀ ਕਰ ਰਹੀ ਆ, ਉਹ ਜਿਹੜੇ ਮੈਲੇ ਕੱਪੜੇ ਆ ਲਾਂਡਰੀ ਵੀ ਕਰ ਰਹੀ ਹੈ, ਘਰ ਦੀ ਸਾਫ਼ ਸਫਾਈ ਵੀ ਕਰ ਰਹੀ ਹੈ, ਅਸੀਂ ਉਹਨੂੰ ਕੰਮ ਕਿਉਂ ਨਹੀਂ ਗਣਦੇ? ਦੇਖੋ ਨੱਤ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ। ਦੇਖੋ ਆਪਾਂ ਵੀ ਇਸੇ ਸਿਚੁਏਸ਼ਨ ਵਿੱਚ ਦੀ ਲੰਘੇ ਆ। ਅਸੀਂ ਵੀ ਜਦੋਂ ਮੇਰੀ ਵਾਈਫ ਨਹੀਂ ਸੀ ਕੰਮ ਕਰਦੀ ਤੇ ਕੰਮ ਤੋਂ ਆ ਕੇ ਤਾਂ ਬਹਿ ਜਾਣਾ ਟੀਵੀ ਮੂਹਰੇ,
ਅਸੀਂ ਉਹ ਕਰ ਲਈ ਮੈਂ ਆਸਾਨ ਕਰਕੇ ਆ, ਮੈਂ ਆਸਾਨ ਕੀਤਾ ਕੋਈ ਕੰਮ ਕਰਕੇ ਆ। ਪਰ ਅਸੀਂ ਦੇਖਿਆ ਕਿ ਜਦੋਂ ਰੀਅਲ ਲਾਈਫ ਦੇ ਵਿੱਚ ਦੇਖਿਆ ਕਿ ਲੇਡੀਜ਼ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਤੁਹਾਡੇ ਨਾਲ। ਬਿਲਕੁਲ ਜੀ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਕੰਮ ਨਹੀਂ ਮੁੱਕਦੇ। ਤੁਸੀਂ ਤਾਂ 8 ਘੰਟੇ 'ਚ ਕੰਮ ਮੁਕਾਇਆ ਹੈ। ਪਰ ਸਾਨੂੰ ਇਹ ਕਹਿਣਾ ਵੀ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈ ਲੇਡੀਜ਼ ਨੂੰ ਵੀ ਜਿਹੜੀਆਂ ਘਰ ਦੇ ਵਿੱਚ ਇੰਨਾ ਕੰਮ ਕਰਦੀਆਂ। ਉਹਨਾਂ ਨੂੰ ਤਾਂ 3600 ਫਿਕਰ ਹੁੰਦਾ, ਸਾਨੂੰ ਤਾਂ ਸਿਰਫ ਕੰਮ ਤੋਂ ਜਾਇਆ ਹੈ ਤੇ ਆ ਗਿਆ, ਜਾਇਆ ਹੈ ਤੇ ਆ ਗਿਆ। ਪਰ ਜਦੋਂ ਫਿਰ ਦੇਖੋ ਦੂਜੀ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਲੇਡੀਜ਼ ਵੀ ਕੰਮ ਕਰਦੀਆਂ ਫੇਰ ਵੀ ਅਸੀਂ ਉਹ ਪੁਰਸ਼ ਪ੍ਰਧਾਨ ਵਾਂਗੂ ਨਾ ਫੇਰ ਵੀ ਅਸੀਂ ਆਪਣੀ ਡਿਊਟੀ ਦੇ ਕੇ ਆ ਗਏ। ਸਾਡੀ ਹੱਥ ਫੇਰ ਵੀ ਇਹੀ ਹੈ। ਹਾਂ, ਉਹਨਾਂ ਨੇ ਫੇਰ ਸਾਰੀ ਡਿਊਟੀ ਕਰਨੀ ਹੁੰਦੀ। ਬਿਲਕੁਲ, ਆ ਕੇ ਉਹਨਾਂ ਨੇ ਫੇਰ ਰਸੋਈ ਦਾ ਕੰਮ ਕਰਨਾ, ਸਾਫ਼ ਸਫਾਈ ਕਰਨਾ ਸੀ। ਇਹ ਮੇਰਾ ਖਿਆਲ ਹੈ ਜਿਹੜੀ ਹੁਣ ਸਾਡੇ ਤੋਂ ਅਗਲੀ ਜਨਰੇਸ਼ਨ ਹੈਗੀ ਹੈ ਉਹ ਇਸ ਚੀਜ਼ ਨੂੰ ਰਿਅਲਾਈਜ਼ ਕਰ ਰਹੀ ਹੈ। ਉਹ ਜ਼ਰੂਰ ਕਰ ਰਹੀ ਹੈ। ਉਹ ਮੈਂ ਐਪਰੀਸ਼ੀਏਟ ਕਰ। ਅਸੀਂ ਵੀ ਕੁਝ ਸਿੱਖ ਲਿਆ। ਬਿਲਕੁਲ, ਸਾਡੀ ਵਾਲੀ ਜਨਰੇਸ਼ਨ ਨੇ ਵੀ ਕੁਝ ਸਿੱਖ ਲਿਆ ਵੀ ਕੁਝ ਹੈਲਪ ਕਰਨੀ ਚਾਹੀਦੀ ਹੈਗੀ ਹੈ। ਇਹ ਨਹੀਂ ਹੈ ਕਿ ਅਸੀਂ ਸਾਡੇ ਦਿਮਾਗ 'ਚ ਜਿਹੜੀ ਅਸੀਂ ਕੰਮ ਉਸੇ ਨੂੰ ਮੰਨਦੇ ਹਾਂ ਜਿਹੜਾ ਕੋਈ ਉਹਦੀ ਵੈਲਿਊ ਲੈ ਕੇ ਆ ਰਿਹਾ ਕਰੇ। ਅਸੀਂ ਉਸੇ ਨੂੰ ਕੰਟਰੀਬਿਊਸ਼ਨ ਮੰਨਦੇ ਹਾਂ ਕਿ ਜਿਹੜੇ ਪਹਿਲਾ ਕਾਲਰ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਬਰਮਟਨ ਤੋਂ ਹੀ ਬੋਲ ਰਿਹਾ। ਇਹ ਨਹੀਂ ਹੈਗਾ ਜੀ, ਦੇਖੋ ਜਿਹੜੇ ਬਜ਼ੁਰਗ ਹੈ ਨਾ ਉਹ ਵੀ ਬੜਾ ਕੰਮ ਹੈ। ਤੁਹਾਨੂੰ ਆਪ ਦੀ ਮਿਸਾਲ ਦੇ ਦਿੰਦਾ। ਬਿਲਕੁਲ ਜੀ। ਮੈਂ 10 ਸਾਲ ਤੱਕ ਦੋ ਕਰਕੇ ਬੱਚੇ ਸਾਂਭੇ, ਜਾਨੀ ਕਿ 2 ਬੇਟੀਆਂ 1 ਬੇਟਾ, ਸਾਰੇ ਮੈਂ ਸਾਂਭੇ 10 ਸਾਲ ਕੰਟੀਨਿਊ। ਹਾਂਜੀ। ਔਰ ਘਰੇ ਵੀ ਕੰਮ ਕੀਤਾ, ਚਾਹ ਵੀ ਬਣਾ ਕੇ ਰੱਖਣੀ, ਭਾਂਡੇ ਵੀ ਸਾਫ਼ ਕਰਨੇ। ਮੇਰੇ ਸਿਰ ਤੇ 3 ਪਰਿਵਾਰ ਜਿਹੜੇ ਹੈ ਘਰ ਬਣਾਈ ਬੈਠੇ ਆ। ਜੇ ਬੱਚੇ ਸਾਂਭਣਾ ਕੋਈ ਨਾ ਹੁੰਦਾ ਤੇ ਕੀ ਇਹ 3 ਪਰਿਵਾਰ ਕਾਮਯਾਬ ਹੋਏ ਨਾ? ਕਦੇ ਵੀ ਨਹੀਂ। ਹੁਣ ਵੀ ਦੇਖੋ 80 ਸਾਲ ਦੀ ਉਮਰ ਹੈ, ਚੌਂਕੀ ਡਾਲਾ ਕਰਦਾ ਹੈ ਘਰੇ ਬਹਿ ਕੇ। ਸਾਰਾ ਪਰਿਵਾਰ ਬਾਹਰ ਚਲਾ ਜਾਂਦਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੇਰੇ ਘਰ ਵਿੱਚ ਇਹ ਤਾਂ ਨਾ ਡਰ ਕੇ ਚੋਰੀ ਹੋ ਜਾਊਗੀ। ਸਹੀ ਗੱਲ ਹੈ। ਮੈਂ ਘਰੇ ਬੈਠਾ ਰਹਿਣਾ। ਬਜ਼ੁਰਗ ਅਜੇ ਵੀ ਕੰਮ ਕਰਦੇ, ਪੈਨਸ਼ਨ ਵੀ ਮਿਲਦੀ, ਇੱਧਰ ਵੀ ਮਿਲਦੀ, ਉੱਧਰ ਵੀ ਮਿਲਦੀ। ਮੈਂ ਫਿਰ ਵੀ ਸੁਖੀ ਹੈਗਾ ਕਿਉਂਕਿ ਮੈਂ ਬੱਚੇ ਸਾਂਭੇ, ਸੇਵਾ ਕੀਤੀ ਹੈ। ਹੁਣ ਉਹ ਬੱਚੇ ਮੈਨੂੰ ਹੱਥਾਂ ਤੇ ਚੱਕੀ ਫਿਰਦੇ ਆ। ਦੱਸੋ ਮੈਨੂੰ। Very good. That's very nice. Thank you. Thank you. So nice of you. Thank you ji. Thanks for your contribution. ਦੇਖੋ ਕਾਲਰ ਜੀ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਚੱਲਦਾ। ਥੈਂਕ ਯੂ ਜੀ। ਐਸਪੋਰਟ ਤੋਂ ਬੋਲ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਤੇ ਅਸੀਂ ਕਹਿਣਾ ਚਾਹੁੰਦੇ ਵੀ ਜਿਹੜੀ ਘਰੇ ਸਾਡੇ ਵਰਗੀਆਂ ਕੰਮ ਕਰਦੀਆਂ ਉਹਨਾਂ ਨੂੰ ਤਾਂ ਕੰਮ ਤੋਂ ਆ ਕੇ ਕਹਿੰਦੇ ਇਹ ਵਿਹਲੀਆਂ ਨੇ ਸਵੇਰ ਦੀ। ਹਾਂਜੀ, ਤੁਸੀਂ ਕੀ ਜਵਾਬ ਦਿੰਦੇ ਹੋ? ਅਸੀਂ ਕਹਿਣਾ ਅਸੀਂ ਹੱਸਦੇ ਹਾਂ ਜੀ, ਤੁਸੀਂ ਇੱਕ ਦਿਨ ਕਰਕੇ ਦੇਖੋ ਇਹ ਸਾਡੇ ਵਾਲਾ ਕੰਮ। ਸਹੀ ਗੱਲ ਹੈ। ਤੁਸੀਂ ਇਉਂ ਕਰੋ, 1 ਹਫ਼ਤਾ ਛੁੱਟੀ ਕਰੋ। ਉਹ ਜੀ ਅਸੀਂ ਹੈਗੀਆਂ ਵਿਹਲੀਆਂ, ਸਾਡੇ ਇਸ ਦਾ ਕੋਈ ਕੰਮ ਕਰਦੀਆਂ ਨਹੀਂ, ਹੁਣ ਤੁਸੀਂ ਕਰੋ ਇਹ। ਐਂ ਕਰਕੇ ਦੇਖ ਲੈਣਾ ਸੀ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬੜਾ ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਬਰੈਂਪਟਨ ਤੋਂ ਬੋਲ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਸ਼ੋਅ ਬਹੁਤ ਹੀ ਵਧੀਆ ਵਾ। ਥੈਂਕ ਯੂ ਜੀ। ਮੈਂ ਰੀਅਲੀ ਐਪਰੀਸ਼ੀਏਟ ਕਰਦੀ ਹਾਂ ਕਿ ਤੁਸੀਂ ਸੀਨੀਅਰਸ ਦਾ ਸ਼ੋਅ ਲੈ ਕੇ ਆ ਰਹੇ ਹੋ। ਜਿਹੜੇ ਸੀਨੀਅਰਸ ਨੇ ਉਹਨਾਂ ਦੇ ਬਿਨਾਂ ਘਰ ਨਹੀਂ ਚੱਲਦਾ। ਥੈਂਕ ਯੂ ਜੀ, ਦੈਟਸ ਨਾਈਸ। ਹਾਂਜੀ, ਕਿਉਂਕਿ ਜਿਹੜੇ ਸੀਨੀਅਰਸ ਨੇ ਉਹੀ ਘਰ ਨੂੰ ਸੰਭਾਲਦੇ। ਜੇ ਉਹ ਨਾ ਬੱਚਿਆਂ ਨੂੰ ਸੰਭਾਲ ਤਾਂ ਵੱਡੇ ਕਿੱਦਾਂ ਕੰਮ ਤੇ ਜਾ ਸਕਦੇ ਨੇ? ਸਹੀ ਗੱਲ ਹੈ। ਜੇ ਕੰਮ ਤੇ ਨਹੀਂ ਜਾਣਗੇ ਤਾਂ ਘਰ ਕਿੱਦਾਂ ਚੱਲ ਸਕਦੇ ਨੇ? ਬਿਲਕੁਲ ਜੀ। ਰੀਅਲੀ ਮੈਂ ਬਹੁਤ ਹੈਪੀ ਹਾਂ ਕਿ ਮੇਰੇ ਕੋਲ ਮੇਰੀ ਮਦਰ ਇਨ ਲਾਅ, ਫਾਦਰ ਇਨ ਲਾਅ ਨੇ ਤੇ ਉਹ ਮੇਰੇ ਬੱਚਿਆਂ ਨੂੰ ਸਾਂਭਦੇ ਨੇ ਤੇ ਮੈਂ ਬਹੁਤ ਖੁਸ਼ ਹਾਂ। ਦੈਟਸ ਵੈਰੀ ਨਾਈਸ, ਸੋ ਨਾਈਸ ਆਫ ਯੂ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਥੈਂਕ ਯੂ ਜੀ। ਦੇਖੋ ਜਿਹੜੀਆਂ ਕਾਲਸ ਆਈਆਂ ਨੇ, ਇਹ ਹੁਣ ਜਿਹੜੀ ਆਹ ਕਾਲ ਆਈ ਹੈ ਜੀ ਅਖੀਰਲੀ ਵੀ, ਦੋਨੇ ਕਾਲਸ ਜਿਹੜੀਆਂ ਪਹਿਲਾਂ ਬਜ਼ੁਰਗਾਂ ਨੇ ਸਾਂਭੇ ਤੇ ਕਹਿੰਦੇ ਉਹ ਮੇਰੇ ਬੱਚੇ ਮੈਨੂੰ ਹੱਥਾਂ ਤੇ ਚੱਕੀ ਫਿਰਦੇ। ਦੇਖੋ, ਔਰ ਉਹ ਦੋਜ਼ ਕਿਡਸ ਉਹ ਰਿਅਲਾਈਜ਼ ਕਰਦੇ ਆ ਵੀ ਜੋ ਕੁਝ ਅਸੀਂ ਬਣੇ ਬੈਠੇ ਆ ਇੱਥੇ ਕੁਝ ਵੀ ਹੈ, ਇਹਨਾਂ ਦੇ ਵਿੱਚ ਬਜ਼ੁਰਗਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਔਰ ਇਹ ਹਰ ਪਰਿਵਾਰ ਦੇ ਵਿੱਚ ਐਕਚੁਅਲੀ ਕੋਈ ਰਿਅਲਾਈਜ਼ ਕਰਦਾ, ਕੋਈ ਨਹੀਂ ਰਿਅਲਾਈਜ਼ ਕਰਦਾ। ਔਰ ਜਿਹੜੀ ਉਹਨਾਂ ਨੇ ਬੇਟੀ ਦੀ ਫੋਨ ਆਇਆ ਸੀ। ਹਾਂਜੀ, ਦੇਖੋ ਇਹ ਹੁਣ ਐਪਰੀਸ਼ੀਏਟ ਕਰ ਰਹੀ ਹੈ। ਹਾਂਜੀ,
ਇਹੋ ਹੀ ਅਸੀਂ ਚਾਹੁੰਦੇ ਹਾਂ ਦੈਟਸ ਰਾਈਟ ਹਾਂ ਕਿ ਜੇ ਕੋਈ ਸੀਨੀਅਰ ਤੁਹਾਡੀ ਹੈਲਪ ਕਰਦੇ ਆ ਤੁਸੀਂ ਐਪਰੀਸ਼ੀਏਟ ਕਰੋ ਉਹਨਾਂ ਨੂੰ। ਬਿਲਕੁਲ ਹਾਂ ਤੁਸੀਂ ਦੇਖੋ ਇਹਨਾਂ ਨੇ ਐਂਡ ਆਪਾਂ ਆਪਣੇ ਪਰਿਵਾਰਾਂ ਜਿਹੜੀ ਆਪਾਂ ਉਹ ਧਾਰਨਾ ਬਣੀ ਹੋਈ ਹੈ ਵੀ ਨੂੰਹ ਆ ਇਹਨਾਂ ਨੇ ਆਪਣੇ ਇਨ-ਲॉज ਦੀ ਗੱਲ ਕੀਤੀ ਹੈ ਵੀ ਜਿਹੜੇ ਉਹ ਉਹਨਾਂ ਨਾਲ ਰਹਿੰਦੇ ਨੇ ਤੇ ਔਰ ਉਹ ਕੰਟਰੀਬਿਊਟ ਕਰਦੇ ਆ ਐਂਡ ਸ਼ੀ ਇਜ਼ ਇਹਨਾਂ ਨੇ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ। ਕਿੰਨੀ ਵਧੀਆ ਗੱਲ ਹੈ ਜੇ ਅਜਿਹੀਆਂ ਗੱਲਾਂ ਸਾਰਿਆਂ ਪਰਿਵਾਰਾਂ 'ਚ ਹੋਣ ਲੱਗ ਜਾਣ ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ। ਜੇ ਅਸੀਂ ਕਹਿੰਦੇ ਹਾਂ ਕਿ ਜਦੋਂ ਪਰਿਵਾਰ ਦੇ ਵਿੱਚ ਮੇਲ ਮਿਲਾਪ ਡਾਇਲੋਗ ਹੈਗੇ ਤੁਸੀਂ ਕਮਿਊਨੀਕੇਟ ਕਰਦੇ ਆ ਖੁਸ਼ੀ ਰਹਿੰਦੇ ਆ ਔਰ ਜਿਹੜਾ ਵੀ ਕੰਮ ਆ ਜੇ ਹੁਣ ਸੀਨੀਅਰ ਕਰਦੇ ਆ ਬੱਚੇ ਸਾਂਭਦੇ ਆ ਆਪਣੀ ਖੁਸ਼ੀ ਨਾਲ ਸਾਂਭਦੇ ਆ ਬਿਲਕੁਲ ਇਹ ਸਵਰਗੀ ਆ ਫਿਰ ਤੇ। ਪਰ ਜਦੋਂ ਅਸੀਂ ਖਿੱਚਤੂ ਕਰਦੇ ਆ ਪੇਰੈਂਟਸ ਨੂੰ ਮਿਸਯੂਜ਼ ਕਰਦੇ ਆ ਸਾਡਾ ਇਹ ਪੁਆਇੰਟ ਆ ਵੀ ਪੇਰੈਂਟਸ ਨੂੰ ਮਿਸਯੂਜ਼ ਨਾ ਕਰੋ। ਦੋਨੇ ਪਾਸੇ ਮਿਊਚੁਅਲ ਅੰਡਰਸਟੈਂਡਿੰਗ ਮਿਊਚੁਅਲ ਰਿਸਪੈਕਟ ਚਾਹੀਦੀ ਹੈ ਦੋਨੇ ਪਾਸੇ। ਆਪਣਾ ਜਿਹੜਾ ਸਮਾਂ ਫੇਰ ਹੋ ਗਿਆ ਸਮਾਂ ਤੇ ਕਈ ਗੱਲਾਂ ਰਹਿ ਗਈਆਂ ਫਿਰ ਮੈਂ ਕਰਨੀਆਂ ਸੀ ਪਰ ਫਿਰ ਆਪਾਂ ਹੁਣ ਹਾਂਜੀ ਇੱਕ ਛੋਟੀ ਜੀ ਗੱਲ ਕਰ ਲੈਣਾ ਕਿ ਕਈ ਵਾਰੀ ਮੈਂ ਨਾ ਇਹ ਪੁਰਾਣੀਆਂ ਨਾ ਫੋਟੋਗ੍ਰਾਫ ਦੇਖ ਰਿਹਾ ਸੀ ਪੁਰਾਣੀਆਂ 40 ਸਾਲ ਪਹਿਲਾਂ ਫਿਰ ਮੈਨੂੰ ਉਹ ਯਾਦਾਂ ਦੀ ਪਟਾਰੀ ਨਾ ਇੱਕ ਕਿਸਮ ਦੀ ਖੁੱਲ ਜਾਂਦੀ ਆ ਵੀ ਉਹ ਮੈਂ ਕਿਹਾ ਵੀ ਇਹ ਤਸਵੀਰਾਂ ਵੀ ਇੱਕ ਕਿਸਮ ਦੀਆਂ ਬੋਲਦੀਆਂ ਹੀ ਆ ਕਿਉਂਕਿ ਹੁਣ ਚੇਂਜ ਆ ਗਈ ਆ। ਲੈ ਲਓ ਇੱਕ ਕਾਲ ਲੈ ਲਈਏ ਜੀ। ਸਵਾਗਤ ਹੈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ। ਟੀਵੀ ਨਾ ਤੁਸੀਂ ਇਉਂ ਕਰੋ ਸਾਨੂੰ ਟੀਵੀ ਤੇ ਨਾ ਸੁਣੋ ਸਾਨੂੰ ਫੋਨ ਤੇ ਸੁਣੋ ਜੀ। ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਇਹ ਟੀਵੀ ਦਾ ਨੰਬਰ ਨਹੀਂ ਹੈਗਾ? ਹਾਂਜੀ ਟੀਵੀ ਦਾ ਨੰਬਰ ਹੈ ਤੁਸੀਂ ਟੀਵੀ ਤੇ ਹੀ ਹੋ ਜੀ। ਤੁਸੀਂ ਸਾਨੂੰ ਫੋਨ ਰਾਹੀਂ ਸੁਣੋ ਸਾਨੂੰ ਟੀਵੀ ਤੇ ਸੁਣੋਗੇ ਤਾਂ ਡਿਲੇ ਆਉਂਦੀ ਹੈ ਜੀ। ਤੁਸੀਂ ਟੀਵੀ ਤੇ ਗੱਲਾਂ ਫੋਨ ਤੇ ਗੱਲਾਂ ਕਰੋ। ਠੀਕ ਹੈ ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਜੀ? ਆਵਾਜ਼ ਘੱਟ ਕਰ ਲਓ। ਹਾਂਜੀ ਨਹੀਂ ਸੌਰੀ ਜੀ ਸਾਡਾ ਸਮਾਂ ਵੀ ਹੋ ਗਿਆ ਤੁਸੀਂ ਕਾਲ ਕੱਟਤੀ ਹੈ ਪਰ ਅਸੀਂ ਪਲੀਜ਼ ਨੈਕਸਟ ਮੰਡੇ ਤੁਹਾਨੂੰ ਕਾਲ ਕਰੋ। ਤੁਹਾਨੂੰ ਮੈਂ ਮਾੜਾ ਜਿਹਾ ਦੱਸ ਦਿਆਂ ਕਿਉਂਕਿ ਜਦੋਂ ਵੀ ਤੁਸੀਂ ਸਾਨੂੰ ਕਾਲ ਕਰਦੇ ਹੋ ਤਾਂ ਸਾਨੂੰ ਜੀ ਫੋਨ ਤੇ ਹੋਈ ਸੁਣਿਆ ਕਰੋ। ਫੋਨ ਤੋਂ ਸਾਨੂੰ ਟੀਵੀ ਤੇ ਸਾਡੀ ਆਵਾਜ਼ ਨਾ ਸੁਣੋ ਉਸ ਵੇਲੇ ਕਿਉਂਕਿ ਸਾਡੀ ਟੀਵੀ ਤੇ ਜਿਹੜੀ ਆਵਾਜ਼ ਆਉਂਦੀ ਹੈ ਤੇ ਫੋਨ ਤੇ ਆਵਾਜ਼ ਆਉਂਦੀ ਹੈ ਇਹਦੇ ਚ ਡਿਲੇ ਹੈ। ਤੁਸੀਂ ਸਾਡਾ ਫੋਨ ਤੇ ਗੱਲ ਕਰੋ ਫੋਨ ਤੇ ਸੁਣੋ ਸਾਨੂੰ ਫੋਨ ਤੇ ਜਵਾਬ ਦਿਓ ਤਾਂ ਚੰਗਾ ਲੱਗਦਾ ਹੈ ਨਹੀਂ ਤਾਂ ਆਪਣੀ ਮਿਸਕਮਿਊਨੀਕੇਸ਼ਨ ਹੋ ਜਾਂਦੀ ਹੈ। ਅੱਜ ਫਿਰ ਦਿਲ ਸਾਹਿਬ ਇਹਨੇ ਆਪਾਂ ਜਿਹੜੀ ਉਹ ਗੱਲ ਅਗਲੇ ਹਫ਼ਤੇ ਫੇਰ ਕਰਾਂਗੇ ਫਿਰ ਕਰ ਲਾਂਗੇ ਹਨਾ। ਅੱਜ ਫਿਰ ਇੰਨਾ ਹੀ ਕਾਫੀ ਜੀ। ਕਾਲਸ ਕੀਤੀਆਂ ਨੇ ਸੋ ਨਾਈਸ ਆਫ ਯੂ ਤੁਸੀਂ ਕੰਟਰੀਬਿਊਟ ਕਰਦੇ ਹੋ ਜੀ। ਅਸੀਂ ਚਾਹੁੰਦੇ ਹਾਂ ਕਿ ਆਪਾਂ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਵੇ। ਤੁਸੀਂ ਕੁਝ ਸਾਨੂੰ ਸੁਣਾਓ ਅਸੀਂ ਕੁਝ ਤੁਹਾਨੂੰ ਸੁਣਾਈਏ ਕਿਸੇ ਗੱਲ ਤੇ ਤਕਰਾਰ ਵੀ ਹੋਵੇ ਕੋਈ ਗੱਲ ਨਹੀਂ ਵੀ ਅਗਰੀ ਟੂ ਡਿਸਐਗਰੀ ਇਹ ਜਿਹੀਆਂ ਗੱਲਾਂ ਹੁੰਦੀਆਂ ਨੇ ਜੀ ਪਰ ਉਹ 'ਚ ਕੁਛ ਨਾ ਕੁਛ ਨਿਕਲਦਾ ਜ਼ਰੂਰ ਹੈ। ਤੁਹਾਡਾ ਸਾਰਿਆਂ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਅਗਲੇ ਮੰਡੇ ਫੇਰ 4 ਵਜੇ ਮਿਲਾਂਗੇ ਜੀ। ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।